उस तो भी ज़्यादा दुख की ते शर्म की गल यह है कि जिस वेले लोगों की बांह फड़नी चाहिए सी सरकार नूं, पंजाब सरकार नूं, उस वेले वो आपस एक दूजे दीयां बाहां मरोड़न के चक्करां च पए होए। कई दिनों तो उत्थे चल रहे ने, उन्हें उन्होंने ऐ कहता जी ਉਹਦੇ ਨਾਲ 3 आ गए, ਇਹਦੇ ਨਾਲ 5 आ गए, ਉਹ ਤੁਸੀਂ ਪੁੱਛਦੇ ਰਹਿੰਦੇ ਹੋ ਅੰਦਰ ਹੋਰ ਕੌਣ ਨੇ, ਅੰਦਰ ਕਿੰਨੇ ਕੁ ਨੇ, ਅੰਦਰੋਂ ਬਾਹਰ ਆ ਕੇ ਕਹਿੰਦੇ ਨੇ ਹਾਂਜੀ ਕੀ ਕਰੋਗੇ ਹੁਣ ਗਾਹਾਂ ਕੀ ਹੋਊਗਾ। ਕਦੇ ਵੀ ਤੁਸੀਂ ਸਰਕਾਰ ਵੱਲੋਂ ਕੋਈ ਕਰੋਨਾ ਨਾਲ ਸੰਬੰਧਿਤ ਕੋਈ ਅਪਡੇਟ ਸੁਣੀ ਹੈ? ਕੈਪਟਨ ਸਾਹਿਬ ਨੇ ਕਿਹਾ ਪਿੰਡਾਂ ਵਾਲਿਆਂ ਨੂੰ ਕਿ ਠੀਕਰੀ ਪਰੇ ਰੱਖ ਲਓ, ਆਪਦੀ ਰੱਖਿਆ ਆਪ ਕਰ ਲਓ। ਕੈਪਟਨ ਸਾਹਿਬ ਸ਼ਾਇਦ ਭੁੱਲ ਗਏ, ਲੋਕ ਤਾਂ 4.5 ਸਾਲ ਤੋਂ ਆਪਦੀ ਰੱਖਿਆ ਆਪ ਹੀ ਕਰ ਰਹੇ ਨੇ ਪਿੰਡਾਂ ਵਾਲੇ, ਉਹਨਾਂ ਦਾ ਤਾਂ ਕੋਈ ਵਾਲੀਵਾਰਸ ਹੈ ਹੀ ਨਹੀਂ। ਤੁਸੀਂ ਇਹ ਅਨਾਉਂਸ ਕਰਤਾ ਕਿ 100% ਜਿਹੜਾ ਪਿੰਡ ਟੀਕਾਕਰਨ ਕਰਵਾ ਲੂਗਾ ਉਹਨੂੰ 10 ਲੱਖ ਰੁਪਏ ਦੇਵਾਂਗੇ। ਟੀਕੇ ਲਵਾਉਣਗੇ ਕਿੱਥੋਂ ਸਰ? ਉਹ ਦਵਾਈ ਤਾਂ ਹੈ ਨਹੀਂ ਤੁਹਾਡੇ ਕੋਲੇ, ਇੰਜੈਕਸ਼ਨ ਤੁਹਾਡੇ ਕੋਲੇ ਹੈ ਨਹੀਂ, ਡਿਸਪੈਂਸਰੀਆਂ ਹੈ ਨਹੀਂ, ਡਿਸਪੈਂਸਰੀਆਂ ਤਾਂ ਆਵਾਰਾ ਪਸ਼ੂਆਂ ਦਾ ਟਿਕਾਣਾ ਬਣੇ ਹੋਈਆਂ ਨੇ। ਪੁਲਿਸ ਆਪ ਮੁਹਾਰੇ ਚੱਲ ਰਹੀ ਹੈ। ਕੈਪਟਨ ਸਾਹਿਬ ਚੀਕੂ ਤੇ ਸੀਤਾਫਲ ਦੇ ਵਿੱਚ ਬਿਜ਼ੀ ਨੇ ਔਰ ਲੋਕਾਂ ਨੂੰ ਆਕਸੀਜਨ ਚਾਹੀਦੀ ਹੈ, ਲੋਕਾਂ ਨੂੰ ਦਵਾਈ ਚਾਹੀਦੀ ਹੈ। ਇਹਨਾਂ ਕਾਨੂੰਨਾਂ ਦਾ ਕਾਨੂੰਨ ਵਾਪਸ ਕਰਾਓ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਆ ਕੇ ਆਪਣੇ ਘਰਾਂ 'ਚ ਖੇਤੀ ਦੇ ਕੰਮ, ਆਪਦੇ ਖੇਤਾਂ 'ਚ ਕੰਮ ਕਰਨ। ਉੱਥੇ ਇਹ ਕੀਤਾ ਸਗੋਂ ਉਹਨਾਂ ਨੂੰ ਉਕਸਾਉਂਦੇ ਰਹੇ ਨੇ, ਪਿਕਨਿਕ ਮਨਾਉਂਦੇ ਨੇ, ਇਹ ਵੱਖਵਾਦੀ ਨੇ, ਇਹ ਮਾਓਵਾਦੀ ਨੇ। ਸੋ ਉਹਨਾਂ ਨੂੰ ਉੱਥੇ ਬਹਿਣਾ ਕਿਉਂ ਪੈ ਰਿਹਾ? ਮਜਬੂਰੀ 'ਚ ਬੈਠੇ ਨੇ ਉਹ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਭਗਵੰਤ ਮਾਨ ਨੇ ਦਿੱਲੀ ਸਰਕਾਰ ਦੀ ਕਰੋਨਾ ਕਾਲ 'ਚ ਲੋਕਾਂ ਦੀ ਮਦਦ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਪੰਜਾਬ ਸਰਕਾਰ ਤੇ ਤਿੱਖਾ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਰੋਜ਼ ਜਨਤਾ ਦੇ ਮੁਖਾਤਬ ਹੁੰਦੇ ਨੇ, ਪਰੰਤੂ ਪੰਜਾਬ ਸਰਕਾਰ ਦਾ ਅਜਿਹਾ ਕੋਈ ਵੀ ਚਿਹਰਾ ਸਾਹਮਣੇ ਨਹੀਂ ਆਇਆ। ਭਗਵੰਤ ਮਾਨ ਨੇ ਪੰਜਾਬ ਕਾਂਗਰਸ ਅੰਦਰ ਚੱਲ ਰਹੀ ਖਾਨਾ ਜੰਗੀ ਤੇ ਬੋਲਦਿਆਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਜਿੱਥੇ ਇਸ ਕਰੋਨਾ ਕਾਲ 'ਚ ਸਰਕਾਰ ਨੂੰ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਸੀ, ਉੱਥੇ ਪਰੰਤੂ ਅਫਸੋਸ ਇਹ ਆਪਸ 'ਚ ਹੀ ਉਲਝੇ ਨਜ਼ਰ ਆ ਰਹੇ ਹਨ। ਉਹਨਾਂ ਨੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਜਿਸ ਵਿੱਚ ਪਿੰਡਾਂ 'ਚ ਠੀਕਰੀ ਪਹਿਰੇ ਲਗਾਉਣ ਤੇ ਵੀ ਸਵਾਲ ਚੁੱਕੇ ਹਨ। ਪੰਜਾਬ ਦੇ ਪਿੰਡਾਂ ਦੀ ਡਿਸਪੈਂਸਰੀ ਦੇ ਹਾਲਾਤਾਂ ਬਾਰੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਅੱਧੀਆਂ ਡਿਸਪੈਂਸਰੀਆਂ 'ਚ ਮੈਡੀਕਲ ਅਫਸਰਾਂ ਦੀ ਕਮੀ ਹੈ ਤੇ ਵੈਕਸੀਨ ਦੀ ਕਮੀ ਹੈ। ਅਜਿਹੇ 'ਚ ਕਰੋਨਾ ਤੋਂ ਜੰਗ ਕਿਵੇਂ ਜਿੱਤੀ ਜਾ ਸਕਦੀ ਹੈ? ਪੱਤਰਕਾਰ ਭਾਈਚਾਰੇ ਦੇ ਜਿੰਨੇ ਵੀ ਦੋਸਤ ਮਿੱਤਰ ਇੱਥੇ ਪਹੁੰਚੇ ਨੇ, ਧੰਨਵਾਦ ਤੁਹਾਡਾ। ਬਹੁਤ ਛੋਟੇ ਸੱਦੇ ਤੇ ਤੁਸੀਂ ਅੱਜ ਇੱਥੇ ਪਹੁੰਚੇ ਹੋ। ਇੱਕ ਦੋ ਇਹਨੂੰ ਬੰਦ ਹੀ ਕਰ ਦਿਓ। ਇੱਕ ਦੋ ਜਨਰਲ ਮੁੱਦੇ ਨੇ, ਵੈਸੇ ਜਨਰਲ ਕਹਿਣ 'ਚ ਆ ਜਾਂਦੇ ਨੇ ਪਰ ਹੈ ਬਹੁਤ ਗੰਭੀਰ ਨੇ, ਉਹਨਾਂ ਬਾਰੇ ਗੱਲ ਕਰਨੀ ਹੈ। ਮੇਰੇ ਸਾਥੀ ਮੇਰੇ ਨਾਲ ਨੇ, ਐਮਐਲਏ ਨਿਹਾਲ ਸਿੰਘ ਵਾਲਾ, ਮਨਜੀਤ ਸਿੰਘ ਜੀ ਬਿਲਾਸਪੁਰ, ਐਮਐਲਏ ਕੋਟਕਪੂਰਾ, ਇੱਕ ਸਾਡੇ ਕਿਸਾਨ ਵਿੰਗ ਦੇ ਪ੍ਰਧਾਨ ਸੰਧਮਾ ਸਾਹਿਬ, ਐਮਐਲਏ ਰੋਪੜ ਤੋਂ ਅਮਰਜੀਤ ਸੰਦੋਆ ਜੀ, ਜਨਰਲ ਸੈਕਟਰੀ ਸਾਡੇ ਬਰਸਟ ਸਾਹਿਬ ਤੇ ਮੈਡਮ ਨੀਨਾ ਮਿੱਤਲ ਸਾਡੇ ਪੰਜਾਬ ਦੇ ਖਜ਼ਾਨਚੀ। ਸੋ ਅੱਜ ਪੂਰਾ ਦੇਸ਼ ਕਰੋਨਾ ਦੀ ਬਹੁਤ ਵੱਡੀ ਲਹਿਰ ਜਿਹੜੀ ਆਈ ਹੋਈ ਹੈ, ਜਿਹਨੂੰ ਸੈਕੰਡ ਦੂਜੀ ਲਹਿਰ ਕਿਹਾ ਜਾ ਰਿਹਾ, ਉਹਦੀ ਮਾਰ ਹੇਠ ਹੈ। ਹਰ ਰੋਜ਼ ਬਹੁਤ ਅਣਹੋਣੀਆਂ ਘਟਨਾਵਾਂ ਤੇ ਅਣਹੋਣੀਆਂ ਮੌਤਾਂ, ਭਾਵੇਂ ਉਹ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਹੈ, ਭਾਵੇਂ ਉਹ ਡਾਕਟਰਾਂ ਨਾਲ ਸੰਬੰਧਿਤ ਹੈ, ਭਾਵੇਂ ਉਹ ਕਲਾਕਾਰ ਭਾਈਚਾਰੇ ਨਾਲ ਸੰਬੰਧਿਤ ਹੈ, ਭਾਵੇਂ ਉਹ ਆਮ ਲੋਕ ਨੇ, ਮੌਤਾਂ ਦੀ ਜਿਹੜੀ ਗਿਣਤੀ ਹੈ ਉਹ ਮਤਲਬ ਅੰਕੜੇ ਕਹਿੰਦੇ ਨੇ ਵੀ ਉਹ ਲੁਕੋਏ ਜਾ ਰਹੇ ਨੇ, ਕਈ ਗੁਣਾ ਉਦੋਂ ਵੱਧ ਨੇ। ਤੇ ਦਿੱਲੀ 'ਚ ਕਿਉਂਕਿ ਸਾਡੀ ਸਰਕਾਰ ਹੈ, ਦਿੱਲੀ 'ਚ ਬਹੁਤ ਸੰਘਣੀ ਆਬਾਦੀ ਹੈ, ਦਿੱਲੀ ਦੇ ਵਿੱਚ ਵੀ ਇਸ ਕਰੋਨਾ ਦਾ ਕਹਿਰ ਜਿਹੜਾ ਉਹ ਚੱਲ ਰਿਹਾ, ਪਰ ਦਿੱਲੀ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਾਬੂ ਹੇਠ ਕੀਤੇ ਜਾ ਰਹੇ ਨੇ। ਹਰ ਰੋਜ਼ ਦਿੱਲੀ ਦੇ ਵਿੱਚ ਜਿਹੜੀ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੈ ਉਹ ਘਟਦੀ ਜਾ ਰਹੀ ਹੈ, ਮੌਤਾਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ। ਔਰ ਦਿੱਲੀ ਦੇ ਵਿੱਚ ਹਰ ਰੋਜ਼ ਤੁਸੀਂ ਦੇਖਦੇ ਹੋਵੋਗੇ ਮਨੀਸ਼ ਸਿਸੋਦੀਆ ਜੀ, ਡਿਪਟੀ ਸੀਐਮ ਜਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ, ਉਹ ਹਸਪਤਾਲਾਂ ਦਾ ਦੌਰਾ ਕਰਦੇ ਨੇ ਜਾਂ ਅਪਡੇਟ ਕਰਦੇ ਨੇ ਦਿੱਲੀ ਦੇ ਵਾਸੀਆਂ ਨੂੰ, ਭਾਵੇਂ ਉਹ ਆਕਸੀਜਨ ਨਾਲ ਸੰਬੰਧਿਤ ਹੋਵੇ, ਭਾਵੇਂ ਉਹ ਵੈਕਸੀਨੇਸ਼ਨ ਨਾਲ ਸੰਬੰਧਿਤ ਹੋਵੇ, ਭਾਵੇਂ ਉਹ ਕਿਸੇ ਵੀ ਕਿਸਮ ਦੀ ਹੋਰ ਲੈਵਲ 2 ਜਾਂ ਲੈਵਲ 3 ਦੀ ਕੋਈ ਫੈਸਿਲਿਟੀ ਦੀ ਗੱਲ ਹੋਵੇ, ਹਰ ਰੋਜ਼ ਅਪਡੇਟ ਕਰਦੇ ਰਹਿੰਦੇ ਆ। ਦੁੱਖ ਦੀ ਗੱਲ ਹੁਣ ਇਹ ਹੈ ਕਿ ਪੰਜਾਬ ਸਰਕਾਰ ਇਸ ਵਕਤ ਕਿੱਥੇ ਹੈ। ਉਸ ਤੋਂ ਵੀ ਜ਼ਿਆਦਾ ਦੁੱਖ ਦੀ ਤੇ ਸ਼ਰਮ ਦੀ ਗੱਲ ਇਹ ਹੈ ਕਿ ਜਿਸ ਵੇਲੇ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਸੀ ਸਰਕਾਰ ਨੂੰ, ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ, ਉਸ ਵੇਲੇ ਉਹ
ਆਪਸ 'ਚ ਇੱਕ ਦੂਜੇ ਦੀਆਂ ਬਾਹਾਂ ਮਰੋੜਨ ਦੇ ਚੱਕਰਾਂ 'ਚ ਪਏ ਹੋਏ ਨੇ। ਤੁਸੀਂ ਤੁਹਾਡੇ ਕੈਮਰੇ ਅੱਜ ਮੇਰੇ ਖਿਆਲ 'ਚ ਕਾਫੀ ਦੇਰ ਬਾਅਦ ਉਹਨਾਂ ਮੰਤਰੀਆਂ ਦੇ ਘਰਾਂ ਦੇ ਮੂਹਰੋਂ ਕਿਧਰੇ ਹੋਰ ਪਾਸੇ ਨੂੰ ਆਏ ਨੇ, ਨਹੀਂ ਤਾਂ ਕੈਮਰੇ ਕਈ ਦਿਨਾਂ ਤੋਂ ਉੱਥੇ ਚੱਲ ਰਹੇ ਨੇ। ਉਹਨੂੰ ਐਂ ਕਹਿਤਾ ਜੀ, ਉਹਦੇ ਨਾਲ 3 ਆ ਗਏ, ਇਹਦੇ ਨਾਲ 5 ਆ ਗਏ। ਉਹ ਤੁਸੀਂ ਪੁੱਛਦੇ ਰਹੇ ਨੂੰ ਅੰਦਰ ਹੋਰ ਕੌਣ ਕੌਣ ਨੇ, ਅੰਦਰ ਕਿੰਨੇ ਕੁ ਨੇ, ਅੰਦਰੋਂ ਬਾਹਰ ਆ ਕੇ ਕਹਿੰਦੇ ਨੇ ਹਾਂਜੀ ਕੀ ਕਰੋਗੇ ਹੁਣ, ਗਾਹਾਂ ਕੀ ਹੋਊਗਾ। ਕਦੇ ਵੀ ਤੁਸੀਂ ਸਰਕਾਰ ਵੱਲੋਂ ਕੋਈ ਕਰੋਨਾ ਨਾਲ ਸੰਬੰਧਿਤ ਕੋਈ ਅਪਡੇਟ ਸੁਣੀ ਹੈ? ਕੈਪਟਨ ਸਾਹਿਬ ਨੇ ਕਿਹਾ ਪਿੰਡਾਂ ਵਾਲਿਆਂ ਨੂੰ ਕਿ ਠੀਕਰੀ ਪਰੇ ਰੱਖ ਲਓ, ਆਪਦੀ ਰੱਖਿਆ ਆਪ ਕਰ ਲਓ। ਕੈਪਟਨ ਸਾਹਿਬ ਸ਼ਾਇਦ ਭੁੱਲ ਗਏ, ਲੋਕ ਤਾਂ 4.5 ਸਾਲ ਤੋਂ ਆਪਦੀ ਰੱਖਿਆ ਆਪ ਹੀ ਕਰ ਰਹੇ ਨੇ ਪਿੰਡਾਂ ਵਾਲੇ, ਉਹਨਾਂ ਦਾ ਤਾਂ ਕੋਈ ਵਾਲੀਵਾਰਸ ਹੈ ਹੀ ਨਹੀਂ। ਤੁਸੀਂ ਇਹ ਅਨਾਉਂਸ ਕਰਤਾ ਕਿ 100% ਜਿਹੜਾ ਪਿੰਡ ਟੀਕਾਕਰਨ ਕਰਵਾ ਲੂਗਾ ਉਹਨੂੰ 10 ਲੱਖ ਰੁਪਏ ਦੇਵਾਂਗੇ। ਟੀਕੇ ਲਵਾਉਣਗੇ ਕਿੱਥੇ ਸਰ? ਉਹ ਦਵਾਈ ਤਾਂ ਹੈ ਨਹੀਂ ਤੁਹਾਡੇ ਕੋਲੇ, ਇੰਜੈਕਸ਼ਨ ਤੁਹਾਡੇ ਕੋਲੇ ਹੈ ਨਹੀਂ, ਡਿਸਪੈਂਸਰੀਆਂ ਹੈ ਨਹੀਂ। ਡਿਸਪੈਂਸਰੀਆਂ ਤਾਂ ਆਵਾਰਾ ਪਸ਼ੂਆਂ ਦਾ ਟਿਕਾਣਾ ਬਣੇ ਹੋਈਆਂ ਨੇ। 70% ਪੰਜਾਬ ਦੀਆਂ ਡਿਸਪੈਂਸਰੀਆਂ 'ਚ ਮੈਡੀਕਲ ਅਫਸਰ ਹੈ ਨਹੀਂ। ਆਸ਼ਾ ਵਰਕਰਾਂ ਨੂੰ ਤੁਸੀਂ ਉਹਨਾਂ ਦੀ ਡਿਊਟੀ ਲਾ ਰਹੇ ਹੋ। ਅੱਜ ਦੀ ਅਖਬਾਰ 'ਚ ਵੀ ਪੜ੍ਹਿਆ ਮੈਂ, ਇੱਕ ਪੋਜ਼ਿਟਿਵ ਸੀ ਆਸ਼ਾ ਵਰਕਰ, ਉਹਦੇ ਤੋਂ ਵੀ ਜਿਹੜੀਆਂ ਫਤਿਹ ਕਿੱਟਾਂ ਜਾਂ ਕਿਹੜੀਆਂ ਇਹ ਪ੍ਰਚਾਰ ਦਾ ਸਾਧਨ ਜਿਹੜਾ ਉਹ ਵੰਡਾ ਰਹੇ ਨੇ। ਸੋ ਇਸ ਵਕਤ ਬਜਾਏ ਇਸ ਦੇ ਕਿ ਕੁਰਸੀ ਦੀ ਲੜਾਈ ਲੜਦੇ, ਇਹ ਕਰੋਨਾ ਨਾਲ ਲੜਾਈ ਲੜ ਰਹੇ ਪੰਜਾਬੀਆਂ ਦੇ, ਜਿਨ੍ਹਾਂ ਨੇ ਬਹੁਤ ਵੋਟਾਂ ਪਾ ਕੇ ਇਹਨਾਂ ਨੂੰ ਸੱਤਾ 'ਚ ਲਿਆਂਦਾ ਸੀ, ਉਹਨਾਂ ਦੇ ਨਾਲ ਖੜਨ ਦਾ ਟਾਈਮ ਸੀ। ਸ਼ਰਮ ਦੀ ਗੱਲ ਹੈ ਕਿ ਬਿਲਕੁਲ ਸੰਕਟ ਦੇ ਮੌਕੇ ਪੰਜਾਬ ਦੇ ਲੋਕਾਂ ਨੂੰ ਲਾਵਾਰਸ ਛੱਡ ਦਿੱਤਾ ਗਿਆ। ਕੈਪਟਨ ਸਾਹਿਬ ਆਪਦੀ ਕੁਰਸੀ ਬਚਾਉਣ ਦੇ ਚੱਕਰਾਂ 'ਚ ਤੇ ਬਾਕੀ ਜਿਹੜੇ ਉਹਨਾਂ ਦੇ ਮੰਤਰੀ ਸਾਥੀ ਨੇ ਜਾਂ ਵਿਧਾਇਕ ਸਾਥੀ ਨੇ, ਉਹ ਆਪਣੀ ਕੁਰਸੀ ਡਾਉਣ ਦੇ ਚੱਕਰਾਂ 'ਚ ਕਿ ਸਾਡੀ ਨਵੀਂ ਕੁਰਸੀ ਡਹਿ ਜੇ, ਉਹਦੇ ਚੱਕਰਾਂ 'ਚ ਪਏ ਹੋਏ ਨੇ। ਕਿਸੇ ਨੂੰ ਕੋਈ ਫਿਕਰ ਨਹੀਂ ਪੰਜਾਬ ਦਾ। ਔਰ ਡਾਕਟਰ ਜਿਹੜੇ ਨੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪ੍ਰਾਈਵੇਟ ਹਸਪਤਾਲ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਬਹੁਤੇ ਲੁੱਟ ਤੇ ਲੱਕ ਬੰਨਿਆ। 70 ਹਜ਼ਾਰ ਰੁਪਇਆ ਪਰ ਡੇ ਬੈੱਡ ਦਾ ਖਰਚਾ ਲੱਗਦੀ ਲਾਉਂਦੇ ਨੇ। ਮੇਰੇ ਕੋਲੇ ਹਸਪਤਾਲਾਂ ਦੀ ਲਿਸਟ ਪਈ ਹੈ। ਅੱਜ ਤੁਸੀਂ ਪੜ੍ਹਿਆ ਹੋਊਗਾ ਪਟਿਆਲੇ ਦੇ ਵਿੱਚ ਇੱਕ ਡਾਕਟਰ ਦੀ ਡੈਥ ਹੋਈ ਹੈ, ਡਾਕਟਰ ਰਾਜਨ, ਪ੍ਰਾਈਵੇਟ ਹਸਪਤਾਲ ਦੇ ਵਿੱਚ ਸੀਗੇ, ਖੁਦ ਡਾਕਟਰ ਸੀਗੇ। 18 ਦਿਨਾਂ ਦਾ ਬਿੱਲ ਕਿੰਨਾ ਉਹਨਾਂ ਦਾ? 11,80,000। ਇੱਕ ਡਾਕਟਰ ਦਾ, ਜਿਹਨੂੰ ਫਰੰਟ ਲਾਈਨਰਸ ਕਹਿੰਦੇ ਆਪਾਂ, ਫਰੰਟ ਵਾਰੀਅਰਸ ਕਹਿੰਦੇ ਆ ਹਾਲਤ ਹੋਊਗੀ ਜੀ ਉਹਨਾਂ ਦੀ। ਫਿਰ ਤੁਹਾਡੇ ਕੋਲੇ ਟੀਕੇ ਹੈ ਨਹੀਂ, ਤੁਸੀਂ ਕੋਈ ਆਰਡਰ ਨਹੀਂ ਦੇ ਰਹੇ ਕਿਤੇ। ਕੋਈ ਮੋਦੀ ਸਾਹਿਬ ਨੇ ਤਾਂ ਚਲੋ ਛੱਡਤੇ, ਦੇਸ਼ ਹੀ ਲਾਵਾਰਸ ਛੱਡਤਾ, ਰਾਜਾਂ ਤੋਂ ਸਾਰੇ ਅਧਿਕਾਰ ਖੋ ਕੇ ਰਾਜਾਂ ਨੂੰ ਕਹਿਤਾ ਵੀ ਆਪਦੀ ਦਵਾਈ ਖਰੀਦ ਲਓ। ਪਹਿਲਾਂ ਦਵਾਈ ਉਧਰ ਭੇਜਤੀ, ਹੁਣ ਕਹਿੰਦੇ ਖਰੀਦ ਲਓ। ਉਹ ਤਾਂ ਕੰਪੀਟੀਸ਼ਨ ਕਰਾਤਾ ਆਪਸ ਚ ਸਟੇਟਾਂ ਦਾ ਕਿ ਟੈਂਡਰ ਪਾਈ ਚਲੋ ਇੱਕ ਦੂਜੇ ਦੇ ਉੱਤੋਂ ਦੀ, ਇੱਕ ਦੂਜੇ ਤੋਂ ਮਹਿੰਗੇ। ਇਹ ਕੀ ਹੋ ਗਿਆ ਵੀ ਇੰਟਰਨੈਸ਼ਨਲ ਪਾਲਿਸੀ ਫਿਰ ਸਾਡੀ ਕਿੱਧਰ ਗਈ? ਸਟੇਟਾਂ ਕਿਉਂ ਖਰੀਦਣਗੀਆਂ? ਫਿਰ ਸਾਨੂੰ ਫਿਰ ਜਿਹੜਾ ਆਪਦੀਆਂ ਫਸਲਾਂ ਵੀ ਬਾਹਰਲੇ ਮੁਲਕ 'ਚ ਸਿੱਧੀਆਂ ਵੇਚ ਲੈਣ ਤੋਂ ਫਿਰ ਸਾਨੂੰ ਜਦੋਂ ਰਾਜਾਂ ਤੋਂ ਸਾਰੇ ਅਧਿਕਾਰ ਹੀ ਖੋਲੇ ਤੇ ਹੁਣ ਰਾਜਾਂ ਨੂੰ ਕਹਿੰਦੇ ਹੁਣ ਤੁਹਾਡਾ ਕੰਮ ਹੈ। ਸੋ ਇਸ ਕਰਕੇ ਇਸ ਵਕਤ ਜਿਹੜੀ ਪੰਜਾਬ ਸਰਕਾਰ ਹੈ ਉਹ ਪੰਜਾਬ ਦੇ ਵਿੱਚੋਂ ਮਾਈਨਸ ਹੈ। ਪੰਜਾਬ ਸਰਕਾਰ ਹੈ ਨਹੀਂ ਇੱਥੇ, ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਇੱਥੇ, ਠੀਕ ਹੈ ਨਾ। ਲੋਕ ਜਿਹੜੇ ਨੇ ਤਰਾਈ ਕਰ ਰਹੇ ਨੇ, ਪੁਲਿਸ ਆਪ ਮੁਹਾਰੇ ਚੱਲ ਰਹੀ ਹੈ। ਕੈਪਟਨ ਸਾਹਿਬ ਚੀਕੂ ਤੇ ਸੀਤਾਫਲ ਦੇ ਵਿੱਚ ਬਿਜ਼ੀ ਨੇ, ਔਰ ਲੋਕਾਂ ਨੂੰ ਆਕਸੀਜਨ ਚਾਹੀਦੀ ਹੈ, ਲੋਕਾਂ ਨੂੰ ਦਵਾਈ ਚਾਹੀਦੀ ਹੈ। ਲੋਕਾਂ ਦਾ ਵਿਸ਼ਵਾਸ ਉੱਠ ਗਿਆ ਸਰਕਾਰੀ ਤੰਤਰ ਤੋਂ। ਲੋਕ ਸਰਕਾਰੀ ਹਸਪਤਾਲ 'ਚ ਜਾਣ ਨੂੰ ਮੌਤ ਦਾ ਵਾਰੰਟੀ ਸਮਝਣ ਲੱਗੇ, ਕਿਉਂਕਿ ਉਹਨਾਂ ਦੇ ਸਾਹਮਣੇ ਕੋਈ ਇਹੋ ਜਿਹੀ ਐਗਜ਼ਾਮਪਲ ਨਹੀਂ ਪੇਸ਼ ਕਰ ਸਕੇ ਕੈਪਟਨ ਸਾਹਿਬ ਜਾਂ ਬਲਵੀਰ ਸਿੱਧੂ ਜੀ ਕਿ ਹਾਂ ਸਰਕਾਰੀ ਹਸਪਤਾਲਾਂ ਤੇ ਲੋਕ ਯਕੀਨ ਕਰ ਲੈਣ। ਤੇ ਪ੍ਰਾਈਵੇਟ ਹਸਪਤਾਲਾਂ ਵਾਲੇ ਜਿਨ੍ਹਾਂ ਨੂੰ ਖੁੱਲ੍ਹ ਦੇ ਰੱਖੀ ਹੈ, ਉਹ ਲੱਖ ਰੁਪਏ ਦਾ ਟੀਕਾ, ਜਿਹੜੇ ਟੀਕੇ ਦੀ ਲੋੜ ਹੀ ਨਹੀਂ, ਉਹ ਲੱਖ ਰੁਪਏ ਦਾ ਟੀਕਾ ਬਾਹਰੋਂ ਮੰਗਵਾ ਰਹੇ ਨੇ। ਜਦੋਂ ਮਿਲਦਾ ਨਹੀਂ ਰਿਸ਼ਤੇਦਾਰਾਂ ਨੂੰ, ਫਿਰ ਉਹ ਕਹਿੰਦੇ ਨੇ ਸਾਡੇ ਕੋਲੋਂ ਪ੍ਰਬੰਧ ਹੋ ਗਿਆ, ਇੰਨੇ ਪੈਸੇ ਲੱਗਣਗੇ। ਉਹ ਕਰੋਨਾ ਤੋਂ ਤਾਂ ਸ਼ਾਇਦ ਬਚ ਜਾਣਗੇ ਲੋਕ, ਜਿਹੜੀ ਆਰਥਿਕਤਾ ਦੀ ਮਾਰ ਹੈ ਉਹਦੇ ਨਾਲ ਤਾਂ ਸਾਰਾ ਟੱਬਰ ਡੁੱਬੂਗਾ ਨਾ। ਸੋ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਕੱਲ, ਕੇਜਰੀਵਾਲ ਜੀ ਨੇ, ਕਿ ਜਿਹੜਾ ਵੀ ਕਰੋਨਾ ਨਾਲ ਡੈਥ ਹੋਈ ਹੈ 50,000 ਰੁਪਇਆ ਕੰਪਨਸੇਸ਼ਨ, ਮੁਆਵਜ਼ਾ। ਜੇ ਕਮਾਊ ਕੋਈ ਜਿਹੜਾ ਬੰਦਾ ਪਰਿਵਾਰ ਦਾ ਉਹ ਕਰੋਨਾ ਦੀ ਭੇਂਟ ਚੜ ਗਿਆ ਤਾਂ ਉਸ ਪਰਿਵਾਰ ਨੂੰ 2500 ਰੁਪਇਆ ਮਹੀਨਾ ਪੈਨਸ਼ਨ।
ਜੇ ਜਿਹੜੇ ਬੱਚੇ ਨੇ ਯਤੀਮ ਹੋ ਗਏ, ਮਾਂ ਪਿਓ ਦੋਨੋਂ ਕਰੋਨਾ ਦੀ ਭੇਟ ਚੜ ਗਏ, ਜਾਂ ਕੱਲੀ ਮਾਂ ਸੀ ਉਹਦੀ ਡੈਥ ਹੋ ਗਈ, ਜਾਂ ਕੱਲਾ ਪਿਓ ਸੀ ਡੈਥ ਹੋ ਗਈ, ਉਹਨਾਂ ਨੂੰ ਕੋਈ ਪਾਲਣ ਪੋਸ਼ਣ ਨਹੀਂ ਰਿਹਾ, ਉਹਨਾਂ ਵਾਸਤੇ 25 ਸਾਲ ਤੱਕ ਉਹਨਾਂ ਦੀ ਪੜ੍ਹਾਈ ਐਜੂਕੇਸ਼ਨ ਫ੍ਰੀ ਤੇ 2500 ਰੁਪਈਆ ਉਹਨਾਂ ਨੂੰ ਖਰਚਾ, ਇਹ ਅਨਾਉਂਸ ਕੀਤਾ ਕੇਜਰੀਵਾਲ ਜੀ ਨੇ। ਇਹਦੇ ਨਾਲ ਅਸੀਂ ਇਹ ਨਹੀਂ ਕਹਿੰਦੇ ਕਿ ਇਹਦੇ ਨਾਲ ਕੋਈ ਉਹਨਾਂ ਦੇ ਜਿਹੜੇ ਦੁੱਖ ਨੇ ਉਹ ਬਿਲਕੁਲ ਠੀਕ ਹੋ ਜਾਣਗੇ, ਪਰ ਮੱਲਮ ਲਾਉਣ ਦੀ ਕੋਸ਼ਿਸ਼ ਹੈ ਇੱਕ ਛੋਟੀ ਜੀ। ਆਪਾਂ ਕਿਸੇ ਗਏ ਹੋਏ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ, ਪਰ ਪੰਜਾਬ ਸਰਕਾਰ ਕਿਉਂ ਨਹੀਂ ਕਰਦੀ ਇੱਦਾਂ? ਹਰ ਰੋਜ਼ ਪੰਜਾਬ ਦੇ ਵਿੱਚ ਮੌਤਾਂ ਦਾ ਅੰਕੜਾ ਵਧ ਰਿਹਾ ਹੈ। ਅੱਜ 229 ਨੇ, ਉਹ ਵੀ ਉਹ ਨੇ ਜਿਹੜੀ ਸਰਕਾਰ ਦੱਸਦੀ ਹੈ। ਪਿੰਡਾਂ ਵਾਲਿਆਂ ਨੂੰ ਤਾਂ ਕਿਸੇ ਲਿਸਟ 'ਚ ਨਹੀਂ ਮੰਨਦੇ। ਜਿਹੜੀਆਂ ਪਿੰਡਾਂ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਉਹ ਤਾਂ ਕਿਸੇ ਗਿਣਤੀ 'ਚ ਨਹੀਂ ਆ ਰਹੀਆਂ। ਤੁਸੀਂ ਪਿੰਡਾਂ 'ਚ ਚਲੇ ਜਾਓ, ਹਰ ਰੋਜ਼ 3-3 4-4 ਦੀ ਐਵਰੇਜ ਹੈ ਇੱਕ ਪਿੰਡ ਦੀ, ਆਮ ਐਵਰੇਜ ਪਿੰਡ ਦੀ, ਜਿੱਥੇ ਕਿ ਪਹਿਲਾਂ 15 ਜਾਂ 20 ਦਿਨਾਂ ਬਾਅਦ ਕੋਈ ਅਣਹੋਣੀ ਹੁੰਦੀ ਸੀ। ਸੋ ਅਸੀਂ ਸਪੈਸ਼ਲ ਸੈਸ਼ਨ ਦੀ ਮੰਗ ਕਰ ਚੁੱਕੇ ਹਾਂ। ਅੱਜ ਵੀ ਕੱਲ ਚੀਮਾ ਸਾਹਿਬ ਨੇ ਮੰਗ ਕੀਤੀ ਹੈ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ, ਆਲ ਪਾਰਟੀ ਮੀਟਿੰਗ ਬੁਲਾ ਕੇ ਕੋਈ ਸਲਾਹ ਮਸ਼ਵਰਾ ਕਰ ਲਓ। ਕੈਪਟਨ ਸਾਹਿਬ ਕੱਲੇ ਮਹਿਲਾਂ 'ਚ ਬੈਠੇ ਤੁਹਾਡੇ ਨਹੀਂ ਚੱਲਣਾ ਕੰਮ, ਠੀਕ ਹੈ ਨਾ? ਤੁਸੀਂ ਮਹਿਲਾਂ 'ਚ ਬੈਠੇ ਲੋਕਾਂ ਨਾਲ ਸੰਬੋਧਨ ਹੋ ਜਾਂਦੇ ਹੋ, ਮੈਂ ਐਂ ਕਰ ਦੂੰਗਾ, ਮੈਂ ਆਹ ਕਰਤਾ, ਮੈਂ ਐਂ ਕਰ ਦੂੰਗਾ। ਇਹਦੇ ਨਾਲ ਨਹੀਂ, ਤੁਸੀਂ ਫੀਲਡ 'ਚ ਤਾਂ ਹੋ। ਤੁਹਾਡੇ 'ਚੋਂ ਵੀ ਸ਼ਾਇਦ ਕੋਈ ਇਹ ਨਾ ਦੱਸ ਸਕੇ ਆਖਰੀ ਵਾਰ ਕੈਪਟਨ ਸਾਹਿਬ ਪੰਜਾਬ ਕਦੋਂ ਆਈ ਸੀ। ਸ਼ਾਇਦ ਤੁਹਾਡੇ ਵੀ ਯਾਦ ਨਾ ਹੋਵੇ, ਤੁਸੀਂ ਤਾਂ ਕਿਉਂਕਿ ਕੈਮਰੇ ਲੈ ਕੇ ਹਰ ਵਕਤ ਭਾਵੇਂ ਨਾਲ ਫਿਰਦੇ ਰਹਿੰਦੇ ਹੋ, ਪਰ ਨਹੀਂ ਆਉਂਦੇ ਹੋ। ਉਹਨਾਂ ਦਾ ਸਰੀ ਜਾਂਦਾ, ਰਾਜਾਸ਼ਾਹੀ ਚੱਲ ਰਹੀ ਹੈ। ਇਹ ਕੋਈ ਰਿਆਸਤ ਥੋੜੀ ਹੈ ਪਟਿਆਲਾ ਕਿ ਜਿਵੇਂ ਤੁਸੀਂ ਕਹੋਗੇ ਉਵੇਂ ਚਲਾਵਾਂਗੇ, ਜਿੱਧਰ ਨੂੰ ਘੋੜੇ ਛੱਡਤੇ ਓਨੀ ਜ਼ਮੀਨ ਤੇਰੀ ਹੋ ਜੂਗੀ। ਇਹ ਲੋਕਤੰਤਰ ਹੈ ਜੀ। ਤੁਹਾਨੂੰ ਵੋਟਾਂ ਪਾਈਆਂ ਲੋਕਾਂ ਨੇ, ਤੇ ਅੱਜ ਤੁਸੀਂ ਉਹਨਾਂ ਦਾ ਔਖੇ ਮੌਕੇ ਤੇ ਚਲੋ ਘਰ ਨੌਕਰੀ, ਕਰਜ਼ੇ, ਜਾਂ ਬੁਢਾਪਾ ਪੈਨਸ਼ਨ, ਜਾਂ 5 ਪਾਲਿਆਂ ਦੇ ਪਲਾਟ, ਜਾਂ ਸਮਾਰਟਫੋਨ, ਕਦੇ ਫੇਰ ਦੇਖ ਲਾਂਗੇ, ਇਹਨਾਂ ਨਾਲ ਗੱਲ ਕਰ ਲਾਂਗੇ ਉਹਨਾਂ ਨਾਲ। ਉਹ ਤਾਂ ਤੁਸੀਂ ਮੁੱਕਰੇ ਹੋ। ਆਹ ਜ਼ਿੰਦਗੀ ਤੇ ਮੌਤ ਦੀ ਲੜਾਈ ਦੇ ਵਿੱਚ ਤਾਂ ਤੁਸੀਂ ਸਾਥ ਦਿਓ ਨਾ ਉਹਨਾਂ ਦਾ। ਕੋਈ ਕਿਸੇ ਹੋਰ ਤੋਂ ਪੁੱਛ ਲਓ, ਕਿਸੇ ਹੋਰ ਦੀ ਰੀਸ ਕਰ ਲਓ। ਆਮ ਤੌਰ ਤੇ ਤਾਂ ਕਹਿੰਦੇ ਹੁੰਦੇ ਨੇ ਕੈਪਟਨ ਸਾਹਿਬ, ਜੇ ਕੇਜਰੀਵਾਲ ਜੀ ਕੋਈ ਉਹਨਾਂ ਦੇ ਕੰਮ ਤੇ ਕੋਈ ਕਿੰਤੂ ਕਰਨ, ਮਾਈਂਡ ਯੂਅਰ ਬਿਜ਼ਨਸ। ਦਿੱਲੀ ਦੇਖੋ, ਤੇ ਹੁਣ ਤੁਸੀਂ ਦਿੱਲੀ ਵਾਲੀ ਦੇਖ ਲਓ, ਉੱਥੇ ਆਕਸੀਜਨ ਸਿਲੰਡਰ, ਉੱਥੇ ਕਿਵੇਂ ਨਵੇਂ ਮਤਲਬ ਹਜ਼ਾਰ ਬੈੱਡ ਦੇ ਨਵੇਂ ਹਸਪੀਟਲ ਬਣ ਰਹੇ ਨੇ, ਲੋਕਾਂ ਦੀ ਸਹਾਇਤਾ। ਹਾਲਾਂਕਿ ਦਿੱਲੀ ਬਹੁਤ ਸੰਘਣੀ ਆਬਾਦੀ ਵਾਲਾ ਏਰੀਆ ਹੈ, ਤੇ ਜੇ ਕਿਸੇ ਕੋਲ ਰਾਸ਼ਨ ਕਾਰਡ ਵੀ ਨਹੀਂ ਹੈਗਾ, ਉੱਥੇ ਰਾਸ਼ਨ ਕਾਰਡ ਮਿਲੂਗਾ। ਤੇ ਇੱਥੇ ਕਹਿੰਦੇ ਪੁਲਿਸ, ਤੁਸੀਂ ਫੋਨ ਕਰੋ, ਜੇ ਤੁਹਾਡੇ ਘਰੇ ਖਾਣਾ ਨਹੀਂ ਹੈਗਾ ਤਾਂ ਪੁਲਿਸ ਫੋਨ ਜਿਹੜੀ ਹੈ ਉਹ ਤੁਹਾਡੇ ਘਰੇ ਰੋਟੀ ਲੈ ਕੇ ਆਊ ਬਣੀ। ਲੋਕ ਤਾਂ ਵੈਸੇ ਹੀ ਨਹੀਂ ਚਾਹੁੰਦੇ ਸਾਡੇ ਘਰੇ ਪੁਲਿਸ ਆਵੇ। ਉਹ ਤਾਂ ਵੈਸੇ ਆਂਡੇ ਚੱਕੀ ਜਾਂਦੇ ਰੇੜੀਆਂ ਤੋਂ, ਉਹਨਾਂ ਤੋਂ ਕੀ ਉਮੀਦ ਕਰਾਂਗੇ ਅਸੀਂ ਕਿ ਉਹ ਸਾਡੇ ਘਰਾਂ 'ਚ ਰੋਟੀਆਂ ਪਹੁੰਚਾ ਦੇਣਗੇ? ਉਹ ਤਾਂ ਵੈਸੇ ਗਰੀਬਾਂ ਦੀਆਂ ਰੇੜੀਆਂ ਤੇ ਲੱਤਾਂ ਮਾਰੀ ਜਾਂਦੇ ਆ, ਉਹਨਾਂ ਤੋਂ ਕੀ ਉਮੀਦ ਕਰਾਂਗੇ? ਸੋ ਸਾਰਾ ਕੁਝ ਤੱਕ ਜਿਹੜਾ ਉਹ ਤਹਿਸ ਨਹਿਸ ਹੋ ਗਿਆ। ਰੱਬ ਦੇ ਸਹਾਰੇ ਚੱਲ ਰਿਹਾ ਕੰਮ। ਸੋ ਪਿੰਡਾਂ ਵਾਲਿਆਂ ਨੂੰ ਇਸ ਵਕਤ ਸਖਤ ਲੋੜ ਹੈ ਸਿਹਤ ਸੇਵਾਵਾਂ ਦੀ, ਡਾਕਟਰਾਂ ਦੀ, ਦਵਾਈਆਂ ਦੀ। ਕੱਲੀ ਪੈਰਾਸੀਟਾਮੋਲ ਹੈ, ਉਹ ਵੀ ਸਾਰੇ ਪਿੰਡਾਂ 'ਚ ਨਹੀਂ ਮਿਲਦੀ ਹੋਣੀ। ਪੈਰਾਸੀਟਾਮੋਲ ਬੁਖਾਰ ਦੀ ਦਵਾਈ ਹੈ, ਕਿੱਥੋਂ ਲਵਾਉਣ ਟੀਕੇ? ਉਹ ਕਿੱਥੇ ਰਜਿਸਟ੍ਰੇਸ਼ਨ ਕਰਾਉਣਗੇ? ਆਧਾਰ ਕਾਰਡ ਲੈ ਕੇ ਆਓ ਜੀ, ਫਿਰ ਉਹ ਤੇ ਐਪ ਤੇ ਜਾਓ ਜੀ। ਮਤਲਬ ਉਹਨਾਂ ਲੋਕਾਂ ਨੇ, ਪਿੰਡਾਂ ਵਾਲੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਕੈਪਟਨ ਸਾਹਿਬ। ਤੁਸੀਂ ਠੀਕ ਹੈ, ਉਹ ਅਲੱਗ ਗੱਲ ਹੈ ਕਿ ਤੁਸੀਂ ਇਹ ਆਪਦੇ ਹਾਰ ਪਹਿਲਾਂ ਹੀ ਮੰਨ ਚੁੱਕੇ ਹੋ ਕਿ ਮੈਂ ਕਿਹੜਾ ਅਗਲੀ ਵਾਰੀ ਆਉਣਾ ਹੈ, ਪਰ ਘੱਟੋ ਘੱਟ ਜਾਂਦੇ 6 ਮਹੀਨੇ ਤੱਕ ਘੱਟੋ ਘੱਟ ਪੰਜਾਬ ਦੇ ਨਾਂ ਲਾ ਦਿਓ। ਜੇ ਨਹੀਂ ਤੁਸੀਂ ਮਤਲਬ ਕਰ ਸਕਦੇ ਤਾਂ ਅਸਤੀਫਾ ਦੇ ਦਿਓ, ਸਰਕਾਰ ਛੱਡ ਦਿਓ ਜੇ ਨਹੀਂ ਚੱਲਦੀ ਤੁਹਾਡੇ ਤੋਂ। ਪਰ ਐਂ ਤਾਂ ਨਾ ਕਰੋ ਨਾ ਕਿ ਮੈਂ ਜਾਂਦਾ ਪੰਜਾਬ ਨੂੰ ਹੀ ਬਰਬਾਦ ਕਰਕੇ ਜਾਊਂਗਾ। ਚਲੋ ਕਾਂਗਰਸ ਤੱਕ, ਚਲੋ ਉਹ ਤਾਂ ਉਹਨਾਂ ਦਾ ਆਪਦਾ ਅੰਦਰੂਨੀ ਲੜਾਈ ਹੈ, ਮੈਂ ਨਹੀਂ ਕਹਿੰਦਾ ਕੁਛ, ਠੀਕ ਹੈ ਨਾ। ਪਰ ਇੰਨਾ ਮੈਨੂੰ ਪਤਾ ਹੈ ਕਿ ਇਸ ਵਕਤ ਪੰਜਾਬ ਸਰਕਾਰ ਆਪਦੀਆਂ ਕੁਰਸੀਆਂ ਪਿੱਛੇ ਲੜ ਰਹੀ ਹੈ, ਤੇ ਲੋਕ ਜਿਹੜੇ ਨੇ ਆਕਸੀਜਨ ਦੇ ਸਿਲੰਡਰਾਂ ਪਿੱਛੇ ਤੇ ਬੈੱਡ ਪਿੱਛੇ ਲੜ ਰਹੇ ਨੇ। ਜੇ ਕੋਈ ਤੁਹਾਡਾ ਕੋਈ ਕੁਐਸਚਨ ਹੋਵੇ ਤਾਂ ਪਲੀਜ਼। ਬਾਜਵਾ ਨੇ ਕਹਿ ਦਿੱਤਾ ਕਿ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਕਰਕੇ ਜਿਹੜੇ ਲੋਕ ਘਰਾਂ ਤੋਂ ਵਾਪਸ ਆ ਰਹੇ ਦਿੱਲੀ ਤੋਂ, ਉਹਦੇ ਕਰਕੇ ਵੀ ਕਰੋਨਾ ਫੈਲ ਰਿਹਾ। ਕਿਵੇਂ ਦੇਖੋ? ਕਿਸ ਤਰ੍ਹਾਂ? ਮੈਂ ਦੁਬਾਰਾ ਥੋੜਾ ਦੱਸਿਓ। ਦਿੱਲੀ ਤੋਂ ਜਿਹੜੇ ਲੋਕ ਆ ਰਹੇ ਨੇ, ਦਿੱਲੀ ਰਾਸਤੇ ਜਿਹੜੇ ਬੈਠੇ ਹੋਏ ਨੇ ਕਿਸਾਨ, ਉਹਨਾਂ ਦੇ ਆਉਣ ਨਾਲ ਵੀ ਪੰਜਾਬ ਵਿੱਚ ਕਰੋਨਾ ਵੱਧਦਾ। ਕਹਿੰਦੇ ਉਹਨਾਂ ਨੂੰ ਉਹ ਆਉਣ ਤੋਂ ਪਹਿਲਾਂ ਕਰੋਨਾ ਟੈਸਟ ਕਰਵਾਉਣਾ ਚਾਹੀਦਾ। ਨਹੀਂ, ਦੇਖੋ ਗੱਲ ਇਹ ਹੈ, ਉਹ ਪੰਜਾਬ ਪਹਿਲੀ ਗੱਲ ਤਾਂ ਉਹ ਇੱਥੇ ਇੰਨੇ ਲੰਮੇ ਸਮੇਂ ਤੱਕ ਕਿਉਂ ਬਹਿਣਾ ਪੈ ਗਿਆ ਉਹਨਾਂ ਨੂੰ? ਨਲਾਇਕੀ ਕੀਤੀ ਹੈ।
ਪੰਜਾਬ ਸਰਕਾਰ ਨੂੰ ਲੀਡ ਲੈਣਾ ਚਾਹੀਦਾ ਸੀ, ਲੀਡ ਕਰਨਾ ਚਾਹੀਦਾ ਸੀ ਕੈਪਟਨ ਸਾਹਿਬ ਨੂੰ ਮੋਦੀ ਕੋਲੇ ਕਿ ਜੀ ਇਹ ਅਗਰੇਰੀਅਨ ਸਟੇਟ ਹੈ ਸਾਡੀ, ਖੇਤੀ ਪ੍ਰਧਾਨ ਸੂਬਾ ਹੈ, ਸਭ ਤੋਂ ਵੱਧ ਸਾਡੇ ਤੇ ਅਸਰ ਪੈ ਰਿਹਾ ਹੈ, ਇਹਨਾਂ ਕਾਨੂੰਨਾਂ ਦਾ ਇਹ ਕਾਨੂੰਨ ਵਾਪਸ ਕਰਾਓ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਆ ਕੇ ਆਪਣੇ ਘਰਾਂ 'ਚ ਖੇਤੀ ਦੇ ਕੰਮ, ਆਪਦੇ ਖੇਤਾਂ 'ਚ ਕੰਮ ਕਰਨ। ਉੱਥੇ ਇਹ ਕੀਤਾ ਸਗੋਂ ਉਹਨਾਂ ਨੂੰ ਉਕਸਾਉਂਦੇ ਰਹੇ ਨੇ, ਪਿਕਨਿਕ ਮਨਾਉਂਦੇ ਨੇ, ਇਹ ਵੱਖਵਾਦੀ ਨੇ, ਇਹ ਮਾਓਵਾਦੀ ਨੇ। ਸੋ ਉਹਨਾਂ ਨੂੰ ਉੱਥੇ ਬਹਿਣਾ ਕਿਉਂ ਪੈ ਰਿਹਾ? ਮਜਬੂਰੀ 'ਚ ਬੈਠੇ ਨੇ ਉਹ, ਤੇ ਹੁਣ ਉਹਨਾਂ ਤੇ ਤੁਸੀਂ ਲਾਈ ਜਾਓ। ਖੱਟਰ ਸਾਹਿਬ ਵੀ ਕਹਿੰਦੇ ਇਹਨਾਂ ਨੇ ਫੈਲਾਤਾ, ਇੱਥੇ ਵੀ ਤ੍ਰਿਪਤਿੰਦਰ ਬਾਜਵਾ ਕਹਿੰਦਾ ਮੰਤਰੀ ਇਹਨਾਂ ਕਰਕੇ ਫੈਲ ਰਿਹਾ। ਤੁਸੀਂ ਮੈਨੂੰ ਦੱਸੋ ਕਿ ਜਿਹੜਾ ਬਾਕੀ ਮੁਲਕ 'ਚ ਫੈਲਿਆ ਹੋਇਆ ਉਹ ਵੀ ਕਿਸਾਨਾਂ ਕਰਕੇ ਹੈ। ਜੇ ਤੁਸੀਂ ਉਹਨਾਂ ਦੇ ਟੈਸਟ ਕਰਨੇ ਨੇ ਕਰੋ। ਜੇ ਉਹ ਪਿੰਡਾਂ ਦੇ ਲੋਕ ਤਾਂ ਆਪਸ ਦੇ ਵਿੱਚ ਘਰ ਘਰ ਦੀ ਵਾਰੀ ਲੱਗੀ ਹੋਈ ਹੈ, 8 10 ਘਰਾਂ ਦੀ ਵਾਰੀ ਲੱਗਦੀ ਹੈ 10 ਦਿਨਾਂ ਬਾਅਦ, ਹਫ਼ਤੇ ਬਾਅਦ, ਤੇ ਉਹ ਤਾਂ ਪਹਿਲੀ ਆਪਦੇ ਆਪ ਨੂੰ ਆਪ ਹੀ ਲੜਾਈ ਲੜ ਰਹੇ ਨੇ। ਉਹਦੇ 'ਚ ਤਾਂ ਗਵਰਨਮੈਂਟ ਤਾਂ ਹੈ ਹੀ ਨਹੀਂ ਉੱਥੇ। ਸੋ ਇਸ ਤਰ੍ਹਾਂ ਦੇ ਇਲਜ਼ਾਮ ਲਾ ਕੇ ਉਹਨਾਂ ਦਾ ਜਿਹੜਾ ਸੰਘਰਸ਼ ਹੈ ਉਹਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਜਿਹੜਾ ਪਿੰਡਾਂ ਦੀ ਗੱਲ ਕੀਤੀ ਜਾ ਰਹੀ ਹੈ, ਪਹਿਲਾਂ ਸਰਕਾਰ ਕਹਿ ਰਹੀ ਸੀ ਕਿ ਹੁਣ ਪਿੰਡਾਂ ਦੇ ਵਿੱਚ ਕਰੋਨਾ ਜ਼ਿਆਦਾ ਹੋ ਜਾਊਗਾ। ਇਹਨਾਂ ਨੂੰ ਤੁਹਾਨੂੰ ਨਹੀਂ ਲੱਗਦਾ ਸੀ ਪਹਿਲਾਂ ਪ੍ਰੀਕਾਸ਼ਨ ਲੈਣੇ ਚਾਹੀਦੇ ਸੀ ਕਿ ਹੁਣ ਪਿੰਡਾਂ ਦੇ ਸਿਰ ਤੇ ਜਾਂ ਕੋਈ ਕੀਤੀ ਦੀ ਪੈਰਾ ਲਾਓ ਜਾਂ ਦਵਾਈਆਂ ਦੀ ਗੱਲ, ਦਵਾਈਆਂ ਦਾ ਸ਼ਹਿਰਾਂ 'ਚ ਵੀ ਉਪਲਬਧ ਹੋ ਰਹੀਆਂ, ਪਿੰਡਾਂ 'ਚ ਕਿਵੇਂ ਨੇ? ਦੇਖੋ 1 ਸਾਲ ਤਾਂ ਇਹਨਾਂ ਨੂੰ ਮਿਲ ਗਿਆ ਸੀ। ਸਭ ਤੋਂ ਪਹਿਲਾਂ ਪੰਜਾਬ ਨੇ 22 ਮਾਰਚ ਨੂੰ ਕਰਫਿਊ ਲਾਇਆ ਸੀਗਾ, ਲੋਕਡਾਊਨ 23 ਨੂੰ ਹੋਇਆ, ਆਪਣੇ 23 ਮਾਰਚ ਨੂੰ 20 ਨੂੰ। ਤਾਂ ਫਿਰ 1 ਸਾਲ ਕੀ ਕਰਦੇ ਰਹੇ ਇਹ? ਇਹਨਾਂ ਦੀਆਂ ਐਂਬੂਲੈਂਸਾਂ 'ਚੋਂ ਰੇਤਾ ਨਿਕਲਦਾ ਰਿਹਾ, ਮਰੀਜ਼ ਚੜ੍ਹਨ ਤੋਂ ਜਵਾਬ ਦਿੰਦੇ ਰਹੇ, ਇਹਨਾਂ ਦੇ ਸਾਰੇ ਹਸਪਤਾਲਾਂ ਦੀ ਪੋਲ ਖੁੱਲ ਗਈ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਜਿਹੜੇ ਹਾਇਰ ਕੀਤੇ ਸੀ MBBS ਡਾਕਟਰ ਕੱਲੇ ਕਰੋਨਾ ਵਾਸਤੇ, ਲੱਖ ਸਵਾ ਲੱਖ ਰੁਪਇਆ ਮਹੀਨੇ ਦੀ ਤਨਖਾਹ ਤੇ ਜਿਹੜੇ ਹੈਲਥ ਵਰਕਰ ਹੋਰ ਕੀਤੇ ਸੀ, 2 ਮਹੀਨਿਆਂ ਬਾਅਦ 3 ਮਹੀਨਿਆਂ ਦਾ ਐਗਰੀਮੈਂਟ ਕਰਕੇ 2 ਮਹੀਨਿਆਂ ਬਾਅਦ ਉਹਨਾਂ ਨੂੰ ਵਾਪਸ ਭੇਜਤਾ ਕਿ ਮਿਸ਼ਨ ਫਤਿਹ ਕੰਪਲੀਟ ਹੋ ਗਿਆ, ਕਰੋਨਾ ਖਤਮ ਹੋ ਗਿਆ, ਤੁਸੀਂ ਆਪਣੇ ਘਰੇ ਜਾਓ। ਹੁਣ ਉਹਨਾਂ ਨੂੰ ਵਾਪਸ ਬੁਲਾ ਰਹੇ ਨੇ, ਫੇਰ ਆ ਜਾਓ। ਫਿਰ ਫਤਿਹ ਕਿੱਧਰ ਗਿਆ ਜੀ? ਇਹ ਮਿਸ਼ਨ ਫੇਲ ਹੈ, ਫਤਿਹ ਕਿੱਟਾਂ ਨਹੀਂ ਲੱਭਦੀਆਂ। ਕੀ ਹੈ ਉਹ 'ਚ? ਮੈਂ ਸੰਗਰੂਰ ਤੋਂ ਆ, ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ। ਸੰਗਰੂਰ ਸ਼ਹਿਰ ਹੈ ਤੇ ਸੰਗਰੂਰ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਇੱਕ ਵੈਂਟੀਲੇਟਰ ਹੈ, ਉਹਨੂੰ ਵੀ ਚਲਾਉਣ ਵਾਸਤੇ ਡਾਕਟਰ ਹੈ ਨਹੀਂ ਸਪੈਸ਼ਲਿਸਟ, ਉਹ ਵੈਂਟੀਲੇਟਰ ਵੀ ਪਟਿਆਲੇ ਦੇਤਾ। ਫਿਰ ਹੁਣ ਸੰਗਰੂਰ ਦਾ ਜਿਹੜਾ ਸਿਵਲ ਹਸਪਤਾਲ ਹੈ ਸਿਰਫ ਰੈਫਰੈਂਸ ਸੈਂਟਰ ਹੈ, ਜਿੰਨੇ ਵੀ ਸਰਕਾਰੀ ਹਸਪਤਾਲ ਨੇ ਰੈਫਰੈਂਸ ਸੈਂਟਰ ਨੇ ਕਿ ਜੀ ਉੱਥੇ ਪਟਿਆਲੇ ਭੇਜ ਦਿਓ, ਲੁਧਿਆਣੇ ਭੇਜ ਦਿਓ। ਉਹ ਤੁਸੀਂ ਦੇਖਿਆ ਹੁਣ ਕੁਲਤਾਰ ਸੰਧਵਾ ਜੀ ਨੇ ਇਹ ਕੱਢੀ ਸੀ ਉਹ ਵੀਡੀਓ ਕਿ ਫਰੀਦਕੋਟ ਦੇ ਮੈਡੀਕਲ ਜਿਹੜਾ ਹਸਪੀਟਲ ਹੈ ਉੱਥੇ PM ਕੇਅਰ ਵਾਲੇ 63 ਜਿਹੜੇ ਵੈਂਟੀਲੇਟਰ ਨੇ ਉਹ ਕਬਾੜ 'ਚ ਪਏ ਨੇ, ਔਰ ਮੰਨਦੀ ਹੈ ਵੀ ਇਹ ਸਰਕਾਰ ਕਿ ਹਾਂ ਉਹ ਤਾਂ ਖਰਾਬ ਸੀ, ਪਹਿਲੇ ਦਿਨ ਹੀ ਖਰਾਬ ਸੀ। ਆਹ ਤਾਂ ਸਾਡੀ ਸਹੂਲਤਾਂ ਨੇ, ਫਿਰ ਅਪਡੇਟ ਕਿਵੇਂ ਕਰਨਗੇ, ਕਿਵੇਂ ਪਹੁੰਚਾਉਣਗੇ ਪਿੰਡਾਂ 'ਚ ਦਵਾਈਆਂ? ਸੋ ਇਸ ਕਰਕੇ, ਕਿਉਂਕਿ ਪਤਾ ਕੀ ਹੈ, ਆ ਜਿਹੜੀ ਲੜਾਈ ਚੱਲ ਰਹੀ ਹੈ ਉਹ ਇਸੇ ਕਰਕੇ ਚੱਲ ਰਹੀ ਹੈ ਨਾ। ਉਹ 'ਚ ਹਰੇਕ ਮੰਤਰੀ ਇਹ ਕਹਿੰਦਾ ਕੈਪਟਨ ਸਾਹਿਬ ਜੇ ਸਜ਼ਾ ਨਾ ਦਿੱਤੀ ਬੇਅਦਬੀ ਵਾਲਿਆਂ ਨੂੰ, ਜੇ ਬਾਦਲਾਂ ਨੂੰ ਅੰਦਰ ਨਾ ਕੀਤਾ, ਸਾਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ। ਸੋ ਪਿੰਡਾਂ 'ਚ ਤਾਂ ਮੰਤਰੀ ਜਾਣ ਤੋਂ ਵੈਸੇ ਹੀ ਡਰਦੇ ਨੇ, ਦਵਾਈ ਕਿਵੇਂ ਲੈ ਕੇ ਜਾਣਗੇ ਉੱਥੇ? ਸੋ ਪਿੰਡਾਂ ਵਾਲੇ ਲੋਕਾਂ ਨੂੰ ਪਹਿਲਾਂ ਵੀ ਇਹਨਾਂ ਨੇ ਕਿਸਮਤ ਦੇ ਸਹਾਰੇ ਛੱਡਿਆ ਸੀ, ਹੁਣ ਵੀ ਕਿਸਮਤ ਦੇ ਸਹਾਰੇ ਛੱਡਿਆ। ਤੁਹਾਨੂੰ ਕੀ ਲੱਗਦਾ ਹੈ ਕਿ ਵੋਟਾਂ ਕਿੰਨੀਆਂ ਹੋ ਰਹੀਆਂ ਨੇ ਜੇ ਸਰਕਾਰ ਅੰਕੜੇ ਕਿਉਂ ਲਗਾ ਰਹੀ ਹੈ? ਦੇਖੋ ਇੰਟਰਨੈਸ਼ਨਲ ਮੀਡੀਆ ਦੱਸ ਰਿਹਾ, ਜੇ ਤੁਸੀਂ ਭਾਵੇਂ ਉਹ ਨਿਊਯਾਰਕ ਟਾਈਮਜ਼ ਹੈ, ਭਾਵੇਂ ਵਾਸ਼ਿੰਗਟਨ ਪੋਸਟ ਹੈ, ਭਾਵੇਂ ਹੋਰ ਇੰਟਰਨੈਸ਼ਨਲ ਜਿਹੜੀਆਂ ਮੀਡੀਆ ਦੀਆਂ ਮੰਚ ਨੇ, ਕਿ ਇੱਥੋਂ ਤੱਕ ਵੀ ਕਹਿ ਰਹੇ ਨੇ ਕਿ 10 ਗੁਣਾ ਜਿਹੜੀਆਂ ਮੌਤਾਂ ਨੇ 10 ਗੁਣਾ ਤੱਕ ਛੁਪਾਈਆਂ ਜਾ ਰਹੀਆਂ ਨੇ। ਤੇ ਜਿਹੜੇ ਗੰਗਾ ਦੇ ਕਿਨਾਰੇ ਜੋ ਹਾਲਾਤ ਨੇ, ਤੇ ਫਿਰ ਉਹ ਮੌਤਾਂ ਕਿਹੜੇ ਖਾਤੇ 'ਚ ਪਾਈਆਂ ਨੇ? ਪੰਚਾਇਤੀ ਚੋਣਾਂ ਵੇਲੇ ਯੂਪੀ ਦੇ ਵਿੱਚ ਹੁਣ ਹੋਈਆਂ ਨੇ, ਤਾਂ ਟੀਚਰ ਯੂਨੀਅਨ ਇਹ ਕਹਿੰਦੀ ਹੈ ਕਿ 1600 ਟੀਚਰ ਦੀ ਮੌਤ ਹੋ ਗਈ ਜਿਹੜੇ ਪੰਚਾਇਤੀ ਚੋਣਾਂ ਵੇਲੇ ਡਿਊਟੀ ਸੀ, ਤੇ ਯੋਗੀ ਸਰਕਾਰ ਕਹਿੰਦੀ ਹੈ 3 ਦੀ ਮੌਤ ਹੋਈ ਹੈ। ਗੁਜਰਾਤ ਦੇ ਵਿੱਚ 1 ਮਾਰਚ ਤੋਂ ਲੈ ਕੇ 10 ਮਈ ਤੱਕ ਗੁਜਰਾਤ ਸਟੇਟ ਨੇ 1,23,000 ਡੈਥ ਸਰਟੀਫਿਕੇਟ ਜਾਰੀ ਕੀਤੇ ਨੇ, ਤੇ ਫਿਰ ਜਿਹੜਾ ਕਰੋਨਾ ਦੀ ਫਿਗਰ ਆ ਉਹਦੇ ਨਾਲੋਂ 58,000 ਜ਼ਿਆਦਾ ਨੇ। ਫਿਰ ਉਹ ਕੌਣ ਨੇ ਜੀ? ਸੋ ਇਸ ਕਰਕੇ ਇਹ ਆਪਦੀ ਛਵੀ ਬਚਾਉਣ ਦੇ ਚੱਕਰਾਂ 'ਚ ਨੇ ਕਿ ਜੇ ਕੋਈ ਟਵਿੱਟਰ ਤੇ ਕਿਸੇ ਨੇ ਕੁਝ ਲਿਖਤਾ ਉਹਨੂੰ ਫੜ ਲਓ, ਜੇ ਕਿਸੇ ਨੇ ਕੋਈ ਪੋਸਟਰ ਲਾਤਾ ਉਹਨੂੰ ਫੜ ਲਓ, ਕੋਈ ਐਂਬੂਲੈਂਸ ਲਈ ਜਾਂਦਾ ਸਾਨੂੰ ਕਿਉਂ ਨਹੀਂ ਪੁੱਛ ਕੇ ਲੈ ਕੇ ਗਿਆ, ਤੂੰ ਐਂਬੂਲੈਂਸ ਐਂ ਕਿਉਂ ਸੇਵਾ ਕਰੀ ਜਾਂਦਾ? ਸੋ ਇਹ ਜਿਹੜੀ ਲੜਾਈ ਹੈ ਨਾ, ਅਸਲ 'ਚ 27-28 ਜਨਵਰੀ ਨੂੰ ਜਿਹੜਾ ਮੋਦੀ ਜੀ ਨੇ ਦੌਸ ਦੇ ਵਿੱਚ ਭਾਸ਼ਣ ਦਿੱਤਾ ਸੀ ਨਾ, ਇਹ ਉਹਨੂੰ ਬਚਾਉਂਦੇ ਫਿਰਦੇ ਆ।
ਉਹ ਤਾਂ ਇਹ ਕਹਿਤਾ ਉੱਥੇ ਗੱਲ ਛੱਡਤੀ ਕਿ ਭਾਰਤ ਨੇ ਕੰਟਰੋਲ ਕਰ ਲਿਆ, ਭਾਰਤ ਹੁਣ ਵਿਸ਼ਵ ਗੁਰੂ ਬਣ ਗਿਆ, ਹੁਣ ਅਸੀਂ ਪੂਰੀ ਦੁਨੀਆ ਨੂੰ ਦੱਸਾਂਗੇ ਕਰੋਨਾ ਤੋਂ ਕਿਵੇਂ ਬਚੀਦਾ ਹੁੰਦਾ। ਤੇ 2 ਮਹੀਨੇ ਬਾਅਦ ਹੀ ਭਾਰਤ ਜਿਹੜਾ ਆ ਹਾਲ ਤੱਕ। ਪਹਿਲੀ ਗੱਲ ਤਾਂ ਵਿਲ ਪਾਵਰ, ਪਹਿਲਾਂ ਦੱਸੋ ਤਾਂ ਸਹੀ ਸੱਚ ਕੀ ਹੈ। ਤੁਸੀਂ ਲੁਕੋ ਕੇ ਕਿ ਨਹੀਂ ਅੰਕੜੇ ਆ ਨੇ, WHO ਦੀਆਂ ਨਕਲੀ ਤੁਸੀਂ ਉਹ ਬਣਾ ਲੀਆਂ ਕਿ ਯੂਪੀ ਦੀ ਤਾਰੀਫ ਕਰਤੀ, ਕਦੋਂ ਕਰਤੀ WHO ਨੇ ਤਾਰੀਫ ਯੂਪੀ ਦੀ। ਸੋ ਪਹਿਲੀ ਗੱਲ ਤਾਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਆਪ ਕਿੱਥੇ ਨੇ? ਰੈਲੀ ਹੋਵੇ ਦੋਨੋਂ ਐਂ ਭੱਜ ਕੇ ਜਾਂਦੇ ਆ। ਬੰਗਾਲ ਚੋਂ ਬੜੀ ਮੁਸ਼ਕਲ ਨਾਲ ਬਾਂਹ ਫੜ ਕੇ ਲਿਆਂਦੇ ਨੇ ਵੀ ਬਸ ਕਰੋ ਹੁਣ, ਪ੍ਰਚਾਰ ਖਤਮ ਹੋ ਗਿਆ। ਉਹ ਕਹਿੰਦੇ ਨਹੀਂ ਹੋਰ ਕਰਾਂਗੇ ਰੈਲੀਆਂ। ਤੇ ਇਹ ਉਹੀ ਬੰਗਾਲ ਜਿਹੜਾ ਹਾਰ ਗਏ ਹੁਣ ਉਹਦੇ ਬਾਅਦ ਬਦਲੇ ਲਈ ਜਾਂਦੇ ਆ, ਕਦੇ CBI ਭੇਜਤੀ, ਕਦੇ ਇਹ ਤਾਂ ਹੋਰ ਕੰਮਾਂ ਤੇ ਲੱਗੇ ਹੋਏ ਜੀ, ਇਹਨਾਂ ਨੂੰ ਕੋਈ ਪਤਾ ਹੀ ਨਹੀਂ। ਉਹ ਹੈ ਨਾ ਇੱਕ ਸ਼ੇਰ ਹੈ कि जिनको चुना ही था उनके कत्ल के हुनर देखकर, जिनको चुना ही था उनके कत्ल के हुनर देखकर अब आंखें क्यों नम हो रही हैं लाशों के शहर देखकर। इन्हों की दर्द है जी? दिल्ली सरकार ना किन्ना है मतरेई मां वाला सलूक करते रहे, आप दिल्ली च रहिंदे नहीं जी। इन्नी हाई कोर्ट सुप्रीम कोर्ट तक जाना पिया जी, ऑक्सीजन दे सिलेंडर तां दिओ। दिल्ली दे लोग भी देश के नागरिक ने। महाराष्ट्र जिथे जिथे इन्हां दी गवर्नमेंटां नहीं हैगियां तंग करन ते लगे। ਮਾਨ ਸਾਹਿਬ ਇੱਕ ਜਿਹੜਾ ਫਰੰਟਲਾਈਨ ਵਾਰੀਅਰ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ 50 ਲੱਖ ਰੁਪਇਆ ਪੰਜਾਬ ਸਰਕਾਰ ਕਹਿੰਦੀ ਸੀ ਅਸੀਂ ਦਿਆਂਗੇ ਜਿਹੜੇ ਕੋਵਿਡ ਦੀ ਲੜਾਈ ਦੇ ਵਿੱਚ ਨਹੀਂ ਜਾਣ ਜਾਂਦੀ ਹੈ। ਕੀ ਲੱਗਦਾ ਹੈ ਕਿ ਉਹ ਕੀ ਮਿਲ ਰਿਹਾ? ਕਿਉਂਕਿ ਸਾਡੇ ਕੋਲ ਕਈ ਫੋਨ ਆ ਰਹੇ ਆ ਕਿ ਹਾਲੇ ਚੱਕਰ ਨਹੀਂ ਜੀ, ਤੁਸੀਂ 50,000 ਕੋਵਿਡ ਦੀ ਗੱਲ ਕਰਦੇ ਹੋ, ਲੋਕਾਂ ਦੀਆਂ ਤਨਖਾਹਾਂ ਨਹੀਂ ਮਿਲੀਆਂ। 50 ਲੱਖ ਰੁਪਇਆ ਜਿਹੜਾ ਫਰੰਟਲਾਈਨ ਵਾਰੀਅਰ ਦੀ ਜਿਹੜੀ ਡੈਥ ਹੁੰਦੀ ਹੈ ਨਾ ਜੀ, 50 ਲੱਖ ਦੀ ਕਿੱਥੇ ਤੁਸੀਂ ਗੱਲ ਕਰਦੇ ਹੋ? ਅੱਜ ਮੈਂ ਅਖਬਾਰ ਪੜ੍ਹਿਆ, ਉੱਥੇ ਫਿਰੋਜ਼ਪੁਰ ਦੀ ਜਿਹੜੀ ਭਗਤ ਸਿੰਘ ਸਟੇਟ ਯੂਨੀਵਰਸਿਟੀ ਹੈ ਉਹਦੇ ਮੁਲਾਜ਼ਮਾਂ ਨੂੰ 7 ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਬੱਚਿਆਂ ਨੇ ਖੂਨ ਨਾਲ ਚਿੱਠੀ ਲਿਖੀ ਹੈ ਕੈਪਟਨ ਸਾਹਿਬ ਨੂੰ ਕਿ ਕਿਰਪਾ ਕਰਕੇ ਸਾਡੇ ਪਾਪਾ ਦੀ ਤਨਖਾਹ ਜਾਰੀ ਕਰ ਦਿਓ, ਅਸੀਂ ਰੋਟੀ ਖਾਣੀ ਹੈ। ਸਭ ਕੁਝ ਤਾਂ ਦੇਖੋ, ਲੋਕਡਾਊਨ ਪਿਛਲੀ ਵਾਰ ਵੀ ਕੀਤਾ ਇੱਦਾਂ। ਲੋਕਡਾਊਨ 'ਚ ਲੋਕ ਤਾਂ ਅੰਦਰ, ਪਰ ਫੀਸਾਂ ਭਰਨੀਆਂ ਪਈਆਂ ਪ੍ਰਾਈਵੇਟ ਸਕੂਲਾਂ ਦੀਆਂ, ਪਰ ਪੈਟਰੋਲ ਤੇ ਡੀਜ਼ਲ 20 ਰੁਪਏ ਮਹਿੰਗਾ ਹੋ ਗਿਆ। ਜਦੋਂ ਤੱਕ ਬਾਹਰ ਆਏ ਲੋਕ, ਦੁਕਾਨਦਾਰਾਂ ਦੇ ਬੰਦ ਦੁਕਾਨਾਂ ਦੇ ਬਿਜਲੀ ਦੇ ਬਿੱਲ ਆਏ, ਕੋਈ ਕੰਪਨਸੇਸ਼ਨ ਦਿੱਤੀ ਕਿ ਕਿਸੇ ਪਾਸੇ ਤਾਂ ਰਾਹਤ ਦੀ ਕੋਈ? ਹਾਂਜੀ, ਕੁਛ ਵੀ ਨਹੀਂ ਮਿਲਿਆ ਜੀ। ਜਦ ਇੱਕ ਪਾਸੇ ਮਿਲਿਆ ਵੀ ਹੋਵੇ ਤਾਂ ਹੀ, ਨਹੀਂ ਤਾਂ ਸਾਨੂੰ ਇਹ ਕਹਿਣ ਦੀ ਕੀ ਲੋੜ ਪੈਣੀ ਸੀ? ਅਸੀਂ ਕੋਈ ਇੱਥੇ ਰਾਜਨੀਤੀ ਕਰਨ ਥੋੜੀ ਆਏ ਆ। ਅਸੀਂ ਤਾਂ ਹੁਣ ਵੀ ਕਹਿੰਦੇ, ਹੁਣ ਵੀ ਜਾਗ ਜਾਓ, ਤੁਸੀਂ ਨਿਕਲੋ ਬਾਹਰ ਇਸ ਲੜਾਈ ਚੋਂ, ਕਿਰਪਾ ਕਰਕੇ ਲੋਕਾਂ ਦੇ ਨਾਲ ਖੜੋ, ਉਹਨਾਂ ਦੀ ਸਾਰ ਲਓ। ਸਿਰਫ ਉਹ ਆਪਦੇ ਚੁਣੇ ਹੋਏ ਸਰਪੰਚਾਂ ਨਾਲ ਗੱਲ ਕਰ ਲਈ, ਐਂ ਕਰ ਦੋ, ਐਂ ਕਰ ਦੋ, ਐਂ ਨਹੀਂ ਕਰ ਦੋ, ਮਤਲਬ ਗੌਰਮੈਂਟ ਕਿੱਥੇ ਆ ਫਿਰ? ਮਾਨ ਸਾਹਿਬ, ਅੱਜ ਬਠਿੰਡਾ ਦੇ ਵਿੱਚ ਇੱਕ ਗ੍ਰੰਥੀ ਦੇ ਵੱਲੋਂ ਬਲਾਤਕਾਰੀ ਬਾਬੇ ਗੁਰਮੀਤ ਰਾਮ ਰਹੀਮ ਦੇ ਰਿਹਾਈ ਦੇ ਲਈ ਅਰਦਾਸ ਕੀਤੀ ਗਈ ਤੇ ਨਾਲ ਹੀ ਨਾਲ ਅਰਦਾਸ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਜਿਹੜੀ ਭਾਜਪਾ ਹੈ ਉਹ ਤਾਂ ਇੱਥੇ ਮੁੱਖ ਮੰਤਰੀ ਬਣੇ ਪੰਜਾਬ ਦੇ ਵਿੱਚ, ਸਾਰੇ ਮੁੱਦੇ ਤੁਸੀਂ ਮੈਨੂੰ ਮੇਰੇ ਕੋਲ ਇਹਦੀ ਕੋਈ ਇਨਫੋਰਮੇਸ਼ਨ ਨਹੀਂ, ਪਰ ਉਹਨਾਂ ਨੇ ਕਿਹਾ ਦਲਿਤ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੇ ਕਿਹਾ ਕਿ BJP ਬਣੂਗਾ, ਇਸ ਲਈ ਪ੍ਰਧਾਨ ਮੰਤਰੀ ਦੇ ਹੱਕ ਵਿੱਚ ਹੀ ਅਰਦਾਸ ਕੀਤੀ ਉਹਨਾਂ ਨੇ। ਇਹ ਤਾਂ ਦੇਖੋ ਧਾਰਮਿਕ ਮਸਲਾ ਹੈ, ਤਾਂ ਫਿਰ ਸਾਡੇ ਜਿਹੜੇ ਧਰਮ ਦੇ ਜਿਹੜੇ ਗੁਣੀ ਗਿਆਨੀ ਨੇ ਲੋਕ, ਉਹਨਾਂ ਨੂੰ ਇਹਦਾ ਸੰਗਿਆਨ ਲੈਣਾ ਚਾਹੀਦਾ। ਮਾਨ ਸਾਹਿਬ, ਪਹਿਲਾਂ ਤੁਸੀਂ ਕਹਿੰਦੇ ਸੀਗੇ ਹਮੇਸ਼ਾ ਕਾਂਗਰਸ ਜਿਹੜੀ ਕਿ ਆਮ ਆਦਮੀ ਪਾਰਟੀ ਵੱਲੋਂ ਗੱਲ ਕੀਤੀ ਜਾਂਦੀ ਸੀਗੀ ਦਿੱਲੀ ਮਾਡਲ ਦੀ, ਪੰਜਾਬ ਸਰਕਾਰ ਹੁਣ ਕਹਿ ਰਹੀ ਹੈ ਕਿ ਦਿੱਲੀ ਮਾਡਲ ਫੇਲ ਹੋ ਚੁੱਕਿਆ ਹੈ, ਪਹਿਲੀ ਗੱਲ। ਦੂਜੀ ਗੱਲ ਹੈ ਕਿ ਹੁਣ ਤੁਹਾਡੇ ਵੱਲੋਂ ਐਲੀਗੇਸ਼ਨ ਜ਼ਰੂਰ ਲਾਇਆ ਗਿਆ, ਲੇਕਿਨ ਤੁਹਾਡੇ MLA ਤੁਹਾਡੇ ਵਰਕਰਸ ਕੀ ਕਰ ਰਹੇ ਨੇ ਇਸ ਵਕਤ ਫੀਲਡ ਦੇ ਵਿੱਚ? ਸਾਡੇ ਕਿਵੇਂ ਲੋਕਾਂ ਦੀ ਸੇਵਾ ਕਰ ਰਹੇ ਆ, ਕਰੋਨਾ ਦੇ ਵਿੱਚ ਕੁਝ ਲੋਕਾਂ ਦੀ ਮਦਦ ਕਰ ਰਹੇ? ਹਾਂਜੀ, ਹਰ ਰੋਜ਼ ਸਾਡੇ ਜਿਹੜੇ ਵਲੰਟੀਅਰ ਨੇ ਅਸੀਂ ਉਹਨਾਂ ਨੂੰ ਕਿਹਾ ਹੋਇਆ, ਕਿਸੇ ਨੂੰ ਕਿਸੇ ਕਿਸਮ ਦੀ ਕੋਈ ਹੈਲਪ ਚਾਹੀਦੀ ਹੈ, ਕਿਸੇ ਨੂੰ ਕੋਈ ਆਕਸੀਜਨ ਸਿਲੰਡਰ ਵਾਸਤੇ ਹੈਲਪ ਚਾਹੀਦੀ ਹੈ, ਮੇਰੇ ਕੋਲੇ ਦਿਨ 'ਚ ਘੱਟੋ ਘੱਟ 40-50 ਫੋਨ ਆਉਂਦੇ ਨੇ। ਕਿਤੇ ਪ੍ਰਾਈਵੇਟ ਹਸਪੀਟਲ ਵਾਲੇ ਵੱਧ ਪੈਸੇ ਲਈ ਜਾਂਦੇ ਨੇ, ਕਿਤੇ ਆਕਸੀਜਨ ਸਿਲੰਡਰ ਚਾਹੀਦਾ ਹੈ। ਸਾਰੇ SDMs ਨਾਲ ਮੈਂ ਟੱਚ ਆ, ਮੇਰੀ ਆਪਣੇ 2 ਜ਼ਿਲ੍ਹੇ ਨੇ, ਬਰਨਾਲਾ ਤੇ ਸੰਗਰੂਰ, ਤੇ ਸਾਡੇ ਜਿੰਨੇ ਵੀ MLAs ਨੇ ਉਹਨਾਂ ਨਾਲ ਵੀ ਇਹੀ, ਉਹਨਾਂ ਨੂੰ ਇਹ ਕਿਹਾ ਹੋਇਆ ਕਿ ਚੰਡੀਗੜ੍ਹ ਆਉਣ ਦੀ ਬਜਾਏ ਜਾਂ ਕੋਈ ਉਹ ਪੋਲੀਟੀਕਲ ਹੋਰ ਐਕਟੀਵਿਟੀਆਂ ਬੰਦ ਕਰਕੇ ਪਬਲਿਕ ਨਾਲ ਰਿਲੇਟਡ ਐਕਟੀਵਿਟੀਆਂ ਕਰੋ, ਕਿਉਂਕਿ ਜੇ ਲੋਕ ਰਹਿਣਗੇ ਤਾਈਓ ਅਸੀਂ ਕੋਈ MLA ਜਾਂ MP ਬਣਾਂਗੇ। ਜੇ ਲੋਕ ਹੀ ਨਾ ਰਹੇ ਫਿਰ ਕਾਹਦੀ ਰਾਜਨੀਤੀ ਨੇ? ਦੇਖੋ, ਤੀਜੀ ਲਹਿਰ ਦੀ ਥਰਡ ਵੇਵ ਦੇ ਹੁਣ ਦੇ ਰਹੇ ਨੇ ਸਾਇੰਟਿਸਟ ਜਿਹੜੇ ਉਹ ਹਿੰਟ, ਪਿਛਲੀ ਵਾਰ ਸੈਕੰਡ ਦੇ ਵੀ ਦਿੱਤੇ ਸੀ, ਤਾਂ ਉਹ ਕਹਿ ਰਹੇ ਨੇ ਕਿ ਮੋਦੀ ਜੀ ਨੇ ਨਹੀਂ ਸੁਣੀ, ਤੇ ਇਹਨੂੰ ਸੀਰੀਅਸ ਲੈਣਾ ਚਾਹੀਦਾ। ਮਤਲਬ ਦੇਖੋ, ਇਹ ਨਾ ਤਾਂ ਇਹ ਬਿਮਾਰੀ ਜਿਹੜੀ ਅਮੀਰੀ ਗਰੀਬੀ ਦੇਖਦੀ ਹੈ, ਨਾ ਕੋਈ ਅਹੁਦਾ ਦੇਖਦੀ ਹੈ। ਡਾਕਟਰ ਅਗਰਵਾਲ ਜਿਹੜੇ ਕਿ ਪਦਮ ਸ਼੍ਰੀ ਸੀਗੇ ਤੇ IMA ਦੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਰਹੇ, ਹਰ ਰੋਜ਼ ਲੈਕਚਰ ਦਿੰਦੇ ਸੀ, ਉਹਨਾਂ ਦੀ ਮੌਤ ਹੋ ਗਈ। ਔਰ ਬੜੇ ਯੰਗ ਮੁੰਡਾ ਸਾਡੇ ਨਾਲ ਉੱਥੇ ਕਾਂਗਰਸ ਦੇ ਵਿੱਚ
MLA MP ਰਿਹਾ 14 ਤੋਂ 19 ਤੱਕ, ਹੁਣ ਰਾਜ ਸਭਾ ਸੀ। ਰਾਜੀਵ ਸਾਤਵ ਯੂਥ ਦੇ ਕਾਂਗਰਸ, ਉਹਨਾਂ ਦੀ ਡੈਥ ਹੋ ਗਈ। ਹਰ ਰੋਜ਼ ਹੁਣ ਤਾਂ ਜਦੋਂ ਡਰ ਕੇ ਖੋਲਦੇ ਆ, ਜਦੋਂ ਫੇਸਬੁੱਕ ਜਾਂ ਜਿਹੜਾ ਟਵਿੱਟਰ ਹੈ, ਕਿਸੇ ਨਾ ਕਿਸੇ ਦਾ ਤਾਂ ਕੋਈ ਦੁੱਖ ਦੀ ਖਬਰ, ਹਰ ਦੂਜਾ ਤੀਜਾ ਜਿਹੜਾ ਟਵੀਟ ਹੈ ਉਹ ਕਿਸੇ ਨਾ ਕਿਸੇ ਦੁੱਖ ਦਾ ਹੀ ਹੈ। ਸੋ ਇਹ ਇਸ ਘੜੀ, ਇਸ ਦੁੱਖ ਦੀ ਘੜੀ 'ਚ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਇਹਦਾ ਸਾਹਮਣਾ ਕਰਨਾ ਚਾਹੀਦਾ ਹੈ, ਬਸ਼ਰਤੇ ਕਿ ਸਾਨੂੰ ਸਰਕਾਰਾਂ ਸਾਥ ਦੇ ਦੇਣ। ਤੁਸੀਂ ਦੇਖਿਆ ਰਾਜੀਵ ਪ੍ਰਤਾਪ ਰੂਡੀ, ਉਹ 52-60 ਐਂਬੂਲੈਂਸਾਂ ਤੇ ਤਰਪਾਲ ਪਾਈ ਖੜਾ ਹੈ, ਤੇ ਉੱਥੋਂ ਦੇ ਲੋਕ ਰਿਕਸ਼ਿਆਂ 'ਚ ਆਪਣੇ ਪਰਿਵਾਰਾਂ ਨੂੰ ਚੱਕੀ ਫਿਰਦੇ ਆ। ਤੇ ਉਹ ਜਿਹੜੇ ਬੰਦੇ ਨੇ ਕੱਢਿਆ ਇਹ ਵੀ ਆਹ ਦੇਖੋ ਇਹ ਕੀ ਹਾਲਤ ਹੈ, ਉਹਨੂੰ ਅੰਦਰ ਕਰਤਾ। ਕੋਈ 39-40 ਸਾਲ ਪੁਰਾਣਾ ਮੁਕੱਦਮਾ ਪੱਪੂ ਯਾਦਵ ਤੇ। ਸੋ ਆਹ ਕੰਮਾਂ ਦਾ ਟਾਈਮ ਨਹੀਂ ਹੈਗਾ ਹੁਣ ਟਾਈਮ ਹੈਗਾ ਕਿ ਓਕੇ ਜੀ ਆਹ ਲੱਭ ਗਈਆਂ, ਕੋਈ ਗੱਲ ਨਹੀਂ, ਬਾਅਦ ਚ ਗੱਲ ਕਰ ਲਾਂਗੇ ਵੀ ਕਿਉਂ ਖੜੀਆਂ ਸੀ, ਕਿਹੜਾ ਇਹਨਾਂ ਨੂੰ ਕੰਮ ਤੇ ਲਾਓ। ਸੋ ਆਰਐਸਐਸ ਵਾਲਿਆਂ ਨੇ ਕੈਂਪ ਲਾਇਆ ਕੈਂਪ ਦੇ ਵਿੱਚ, ਕਿਸਾਨਾਂ ਨੇ ਉੱਤੇ ਜਾ ਕੇ ਉਹਨਾਂ ਨੂੰ ਉਠਾ ਦਿੱਤਾ, ਕਹਿੰਦੇ ਅਸੀਂ ਕੈਂਪ ਨਹੀਂ ਲਾਉਣ ਦਾਂਗੇ ਆਰਐਸਐਸ ਵਾਲਿਆਂ ਨੂੰ। ਕਿਵੇਂ ਦੇਖਦੇ? ਦੇਖੋ ਗੁੱਸਾ ਜੀ ਇਹ ਨਾ, ਉਹਨਾਂ ਦੀ ਭਾਵਨਾਵਾਂ ਨੂੰ ਸਮਝਣਾ ਚਾਹੀਦਾ। ਉਹ ਕੋਈ ਸ਼ੌਕ ਨੂੰ ਨਹੀਂ ਕਰ ਰਹੇ, ਸ਼ੌਕ ਨੂੰ ਨਹੀਂ ਉਹ ਕੋਈ ਟੋਲ ਪਲਾਜ਼ਿਆਂ ਤੇ ਬੈਠੇ, ਸ਼ੌਕ ਨੂੰ ਨਹੀਂ ਕੋਈ ਉੱਥੇ ਉਹ ਬਾਰਡਰਾਂ ਤੇ ਬੈਠੇ, ਠੀਕ ਹੈ ਨਾ। ਉਹਨਾਂ ਦਾ ਗੁੱਸਾ ਹੈ ਜੀ ਕਿ ਉਹਨਾਂ ਨਾਲ ਗੱਲ ਹੀ ਨਹੀਂ ਕਰਦੇ। ਹੁਣ ਫੇਰ ਸੁਣਨੇ ਛੱਡਤੇ, ਉਹਨਾਂ ਨੇ ਉੱਥੇ ਜਾ ਕੇ ਤੋਮਰ ਨੂੰ ਘੇਰ ਲਿਆ। ਮਤਲਬ ਕੀ ਹੈ? ਉਹ ਤੋਮਰ ਨੂੰ ਘੇਰਨ ਵਾਸਤੇ ਕੋਈ ਟੀਵੀ ਤੇ ਆਉਣ ਲਈ ਜਾਂ ਕੋਈ ਫੋਟੋ ਖਿਚਾਉਣ ਲਈ ਥੋੜੀ ਕਰਦੇ। ਉਹਨਾਂ ਦਾ ਮਸਲਾ ਹੱਲ ਹੋ ਜੇ, ਕਾਨੂੰਨ ਵਾਪਸ ਹੋ ਜਾਣ ਤੇ ਉਹ ਆਪਣੇ ਘਰਾਂ ਨੂੰ ਆ ਕੇ ਆਪਦਾ ਕੰਮ ਕਰਨ। ਕਿਉਂਕਿ ਇੱਕੋ ਇੱਕ ਸੈਕਟਰ ਹੈ ਖੇਤੀਬਾੜੀ ਸੈਕਟਰ, ਜਿਹੜਾ ਪਿਛਲੇ ਸਾਲ ਤੋਂ ਲੈ ਕੇ ਅੱਜ ਤੱਕ ਕਰੋਨਾ ਦੇ ਵਿੱਚ ਵੀ ਪੋਜ਼ਿਟਿਵ ਰਿਹਾ ਹੈ। ਜੇ ਖੇਤੀਬਾੜੀ ਸੈਕਟਰ ਜਿਹੜਾ ਉਹ ਨੈਗੇਟਿਵ ਚਲਾ ਗਿਆ, ਫਿਰ ਆਪਾਂ ਨੂੰ ਕਣਕ ਤੇ ਬਾਕੀ ਖਾਣ ਪੀਣ ਦਾ ਸਮਾਨ ਵੀ ਬਾਹਰੋਂ ਮੰਗਵਾਉਣਾ ਪਊਗਾ। ਫਿਰ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਕੀ ਐਕਸ਼ਨ ਲੈਣਾ ਚਾਹੀਦਾ ਹੈ ਕਿਸਾਨ ਅੰਦੋਲਨ ਜਿਹੜੇ ਕਾਨੂੰਨ ਨੇ ਉਹ ਵਾਪਸ ਲੈ ਕੇ ਕਿਸਾਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਓਕੇ ਜਾ ਕੇ ਤੁਸੀਂ ਘਰੇ ਆਪਣੇ ਕੰਮ ਕਰੋ, ਕਾਨੂੰਨ ਵਾਪਸ ਹੋਵੇ, ਬਾਅਦ ਚ ਕਦੇ ਫੇਰ ਦੇਖ ਲਾਂਗੇ, ਦੇਸ਼ ਸੰਕਟ 'ਚ ਹੈ। ਮਾਤਾ ਜਦੋਂ ਕਿਸਾਨਾਂ ਦੀ ਗੱਲ ਹੁੰਦੀ ਹੈ, ਅਰਵਿੰਦ ਕੇਜਰੀਵਾਲ ਸਾਹਿਬ ਕਹਿੰਦੇ ਨੇ ਪੰਜਾਬ 'ਚ ਜੇ ਸਰਕਾਰ ਬਣ ਜਾਂਦੀ ਆਮ ਆਦਮੀ ਦੀ ਤਾਂ ਕਿਸਾਨਾਂ ਦਾ ਮਸਲਾ ਹੱਲ ਹੋਏਗਾ, ਕਿਸਾਨਾਂ ਨੂੰ ਸਵਾਮੀਨਾਥਨ ਦੀ ਰਿਪੋਰਟ ਤੇ ਜਿਹੜੀ ਉਹ ਲਾਗੂ ਕਰਕੇ ਉਸ ਦੇ ਉੱਤੇ ਫਸਲ ਦੀ ਖਰੀਦ ਹੋਏਗੀ। ਪਰ ਦਿੱਲੀ ਦੇ ਵਿੱਚ ਦੇਖਿਆ, ਪਿਛਲੇ ਸਾਲ ਦੀ ਗੱਲ ਕਰ ਲਈਏ ਤਾਂ ਇਸ ਸਾਲ ਦੀ ਗੱਲ ਕਰ ਲਈਏ, MSP ਤੋਂ ਘੱਟ ਖਰੀਦ ਹੋਈ ਹੈ, ਉਹਦੇ ਬਾਰੇ ਕੀ ਕਹੋ? ਨਹੀਂ ਦੇਖੋ ਦਿੱਲੀ ਦੇ ਵਿੱਚ ਕੀ ਆ, ਜਿਹੜਾ ਦਿੱਲੀ ਦਾ ਉਪਜ ਹੈ ਨਾ, ਪੰਜਾਬ ਦੀ ਉਪਜ ਨਾਲ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਖੜਦੀ, ਠੀਕ ਹੈ ਨਾ। ਦਿੱਲੀ ਕੋਲੇ 80,000 ਏਕੜ ਜ਼ਮੀਨ ਹੈ, ਇੱਥੇ ਆਪਣੇ 10 ਪਿੰਡਾਂ ਦੀ 80,000 ਹੋ ਜਾਂਦੀ ਹੈ, ਠੀਕ ਹੈ ਨਾ। ਇੱਥੇ ਸਵਾਮੀਨਾਥਨ ਲਾਗੂ ਹੋਵੇ ਤਾਂ ਬਹੁ ਗਿਣਤੀ ਨੂੰ ਫਾਇਦਾ ਹੋਊਗਾ ਸਵਾਮੀਨਾਥਨ। ਸੋ ਦਿੱਲੀ ਸਰਕਾਰ ਪਹਿਲੇ ਦਿਨੋਂ ਅਸੀਂ ਜੋ ਵੀ ਕੁਝ ਕਰ ਸਕਦੇ ਹਾਂ ਉਹਨਾਂ ਦੇ ਨਾਲ ਖੜੇ ਹਾਂ। ਇੱਥੋਂ ਵੀ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਜਦੋਂ ਜੂਨ ਦੇ ਵਿੱਚ ਜਦੋਂ ਪਹਿਲੀ ਵਾਰ ਇਹ ਆਰਡੀਨੈਂਸ ਆਈ ਸੀ, ਉਦੋਂ ਤੋਂ ਲੈ ਕੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਸਾਡੇ ਵਲੰਟੀਅਰ ਨੇ ਜਿੰਨੇ ਵੀ ਉੱਥੇ ਨਾਲ ਗਏ ਹੋਏ ਨੇ, ਜਦੋਂ ਵੀ ਜਿੱਥੇ ਵੀ ਮੌਕਾ ਮਿਲਦਾ ਅਸੀਂ ਉਹਨਾਂ ਦਾ ਸਾਥ ਨੇ। ਪਾਰਲੀਮੈਂਟ ਸਭ ਤੋਂ ਵੱਧ ਅਸੀਂ ਉਹਨਾਂ ਦੇ ਹੱਕ 'ਚ ਬੋਲਦੇ ਹਾਂ। ਸੋ ਅਸੀਂ ਤਾਂ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਕਿਸਾਨਾਂ ਦੇ ਜਿਹੜੇ ਮਸਲੇ ਨੇ ਉਹ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ। ਧਾਰਮਿਕ ਮਸਲਾ ਬੜਾ ਸਿਆਸੀ ਮਸਲਾ ਬਣਿਆ ਹੋਇਆ, ਬੇਅਦਬੀ ਦਾ ਤੇ ਕੋਟਕਪੂਰਾ ਗੋਲੀਕਾਂਡ ਦਾ। ਸੁਖਬੀਰ ਸਿੰਘ ਬਾਦਲ ਨੇ ਪੋਸਟ ਪਾਈ ਸੀ, ਤੁਹਾਡੇ ਵੀ ਧਿਆਨ 'ਚ ਆਈ ਹੋਣੀ ਹੈ। ਸਾਫ਼ ਤੌਰ ਤੇ ਤੁਹਾਡਾ ਨਾਮ ਵੀ ਉਹਨਾਂ ਨੇ ਵਿੱਚ ਤੈਅ ਕੀਤਾ ਕਿ ਜੇ ਤੁਹਾਡੇ ਕੋਲ ਕੋਈ ਸਬੂਤ ਹੈਗੇ, ਆਮ ਆਦਮੀ ਪਾਰਟੀ ਪਿਛਲੇ 4.5 ਸਾਲ ਤੋਂ ਰੌਲਾ ਪਾ ਰਹੀ ਹੈ, ਸਬੂਤ ਹੈਗੇ ਤਾਂ ਦੇ ਦਿਓ ਲੋਕਾਂ ਨੂੰ। ਮੈਂ ਹੈਰਾਨ ਇਸ ਗੱਲ ਤੋਂ ਆ ਕਿ ਜਿਹੜਾ ਸਬੂਤ ਮਿਟਾਉਣ ਵਾਲਾ ਉਹ ਸਬੂਤ ਮੰਗੀ ਜਾਂਦਾ ਹੈ, ਜਿਹਦਾ ਕੰਮ ਸਬੂਤ ਲੱਭਣਾ ਸੀ ਉਹ ਸਬੂਤ ਮੰਗੀ ਜਾਂਦਾ ਹੈ। 2 ਸਾਲ ਉਹ ਗ੍ਰਹਿ ਮੰਤਰੀ ਸੀ, ਮੈਂ ਇੱਕ ਸਬੂਤ ਦਿੰਨਾ, ਲਿਖ ਲਿਓ 2-3 ਨੇ। ਜਦੋਂ ਗ੍ਰਹਿ ਮੰਤਰੀ ਸੀ ਕੋਟਕਪੂਰੇ ਗੋਲੀ ਦਾ ਆਰਡਰ ਕਿਹਨੇ ਦਿੱਤਾ? ਇਹ ਸਬੂਤ ਨਹੀਂ। ਜੇ ਗ੍ਰਹਿ ਮੰਤਰੀ ਸੀ ਪਰਮਰਾਜ ਉਬਰਾ ਨੰਗਲ ਨੂੰ ਉੱਥੇ ਭੇਜਣ ਦਾ ਆਰਡਰ ਕਿਹਦਾ ਸੀ? ਇਹ ਸਬੂਤ ਨਹੀਂ। ਗ੍ਰਹਿ ਮੰਤਰੀ ਸੀ ਤਾਂ ਅਨਆਇਡੈਂਟੀਫਾਈਡ ਪੁਲਿਸ ਕਿਵੇਂ ਗੋਲੀਆਂ ਚਲਾ ਗਈ? ਜਦੋਂ ਗ੍ਰਹਿ ਮੰਤਰੀ ਸੀ ਤਾਂ ਫਿਰ ਜਿਹੜੀ ਹੋਈ ਹੈ ਬੇਅਦਬੀ ਹੋਈ ਹੈ ਉਹਦਾ ਦੋਸ਼ੀ ਫੜਿਆ ਕਿਉਂ ਨਹੀਂ? ਜਦੋਂ ਗ੍ਰਹਿ ਮੰਤਰੀ ਸੀ ਤਾਂ ਇਹਨਾਂ ਦਾ ਨਾਂ ਆਉਂਦਾ 120 ਵਿੱਚ ਤਾਂ ਆਊਗਾ ਨਾ, ਸਾਜ਼ਿਸ਼ ਤਾਂ ਆਊਗਾ ਨਾ, ਕਿਉਂਕਿ ਸਰਕਾਰ ਇਹਨੇ ਇਹ ਚਲਾਉਂਦੇ ਸੀ ਪਿਓ ਪੁੱਤ ਅੱਧੀ ਰਾਤ ਨੂੰ। ਫਿਰ ਮਨਤਾਰ ਬਰਾੜ ਨਾਲ ਸਾਰੀ ਰਾਤ ਕੀ ਗੱਲ ਕਰਦੇ ਰਹੇ ਪ੍ਰਕਾਸ਼ ਸਿੰਘ ਬਾਦਲ? ਇਹ ਸਬੂਤ ਨਹੀਂ ਹੈਗੇ। ਤੇ ਹਰੇਕ SIT ਨੂੰ ਇਹ ਖਤਮ ਕਰ ਦਿੰਦੇ ਨੇ, ਨਹੀਂ ਜੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ। ਸੋ ਇਹ ਤਾਂ ਹੁਣ ਪਤਾ ਹੀ ਲੱਗ ਗਿਆ। ਤਾਂ ਹੁਣ ਕਾਂਗਰਸ ਆਪ ਕਹਿ ਰਹੀ ਹੈ ਕਿ ਭਾਈ ਅਸੀਂ ਇਸ ਵਾਅਦੇ ਤੋਂ ਮੁੱਕਰ ਗਏ, ਸਾਡਾ ਬੰਦਾ ਬਾਦਲਾਂ ਨੂੰ ਬਚਾਉਣ ਤੇ ਲੱਗਿਆ ਹੋਇਆ। ਇੱਕ ਟਵਿੱਟਰ ਵਾਰ ਚੱਲ ਰਹੀ ਹੈ ਲਗਾਤਾਰ, ਨਵਜੋਤ ਸਿੰਘ ਸਿੱਧੂ ਟਵੀਟ ਕਰ ਰਹੇ ਨੇ, ਉਹਨਾਂ ਦੇ ਨਾਲ ਦੇ ਸਾਥੀ MLA ਜਿਹੜੇ ਨੇ ਉਹ ਵੀ ਲਗਾਤਾਰ ਮੁਖਾਤਬ ਕਰ ਰਹੇ ਨੇ। ਲੱਗਦਾ ਕਿ ਇਸ ਮਾਮਲੇ 'ਚ ਜਿਹੜੀ ਸਿਆਸਤ ਹੋਣੀ ਹੈ ਉਹ ਨਹੀਂ ਹੋਣੀ ਚਾਹੀਦੀ, ਹੱਲ ਹੋਣਾ ਚਾਹੀਦਾ। ਨਵੀਂ SIT ਬਾਰੇ ਤੁਹਾਡਾ ਕੀ ਜਾਣ ਹੈਗਾ? ਨਵੀਂ ਦੇਖੋ 7 ਸਾਲ ਹੋ ਗਏ ਜੀ, ਕੋਈ ਹੱਲ ਨਹੀਂ ਨਿਕਲਿਆ। ਹੁਣ 6 ਮਹੀਨਿਆਂ 'ਚ ਕੀ ਕਰ ਦੇਣਗੇ? ਨਵੀਂ SIT ਬਿਠਾਤੀ, ਫਿਰ ਇੱਕ ਹੋਰ ਪਰਮਾਰ ਵਾਲੀ SIT, ਇੱਕ ਹੋਰ ਨਵੀਂ ਬਣਾਤੀ ਨੌਨਿਹਾਲ ਵਾਲੀ SIT। ਜਿਹੜੀਆਂ ਸਿੱਟਾਂ ਨੇ ਪੰਜਾਬ 'ਚ ਉਹ ਬੇਸਿੱਟਾਂ ਨੇ, ਕੋਈ ਕਿਸੇ ਸਿੱਟ ਦਾ ਕੋਈ ਸਿੱਟਾ ਨਹੀਂ ਨਿਕਲਿਆ। ਸਿੱਟ ਬਣਾ ਦਿਓ ਖਤਮ, ਸਿੱਟ ਬਣਾ ਦਿਓ ਮਾਮਲਾ ਖਤਮ ਠੰਡੇ ਵਾਸਤੇ 'ਚ। ਸੋ ਇਸ ਕਰਕੇ ਜਨਤਾ ਦੀ ਕਚਹਿਰੀ 'ਚ ਜਾਣਾ ਪਊਗਾ ਨਾ ਹੁਣ, ਇਸੇ ਕਰਕੇ ਡਰਦੇ ਨੇ ਸਾਰੇ। ਜੋ ਜਨਤਾ ਦੀ ਕਚਹਿਰੀ ਜਾਣਗੇ ਉੱਥੇ ਵਕੀਲ ਨਹੀਂ ਲੱਭਣੇ ਇਹਨਾਂ ਨੂੰ। ਲਗਾਤਾਰ ਟਵੀਟਰ ਅਟੈਕ ਕਰ ਰਹੇ ਨੇ, ਟਵੀਟ ਤੋਂ ਅਟੈਕ ਕਰ ਰਹੇ ਨੇ, ਲਗਾਤਾਰ ਟਵੀਟ ਪਾ ਰਹੇ ਨੇ।
ਭੂਮਿਕਾ ਕਿਵੇਂ ਦੇਖਦੇ ਹੋ ਤੁਸੀਂ ਆਪਣੇ ਤੌਰ ਮੈਂ ਵੀ ਟਵਿੱਟਰ ਪੜ੍ਹ ਲੈਣਾ ਉਹਨਾਂ ਦਾ ਜੀ। ਮੈਂ ਇੰਨੀ ਕੀ ਦੇਖਦਾ, ਬਾਕੀ ਉਹਨਾਂ ਨੂੰ ਪੁੱਛ ਲਿਓ। ਹਾਂਜੀ ਨਹੀਂ, ਜੇ ਹੁਣ ਤੁਸੀਂ ਆਪਦੇ ਦੇਖੋ, ਨੈਸ਼ਨਲ ਟੀਮ ਦੇ 15 ਸਾਲ ਮੈਂਬਰ, ਹਾਕੀ ਟੀਮ ਦੇ 10 ਸਾਲ ਕੈਪਟਨ, ਉਹ ਜਿਹੇ ਬੰਦਿਆਂ ਨੂੰ ਜਿਨ੍ਹਾਂ ਨੇ ਹਜ਼ਾਰਾਂ ਵਾਰ ਦੇਸ਼ ਦਾ ਝੰਡਾ ਉੱਚਾ ਕੀਤਾ ਦੁਨੀਆ 'ਚ, ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ ਰਾਤ ਨੂੰ 11 11:30 ਵਜੇ ਕਿ ਲੈ ਵੀ ਹੁਣ ਤੈਨੂੰ ਠੋਕਾਂਗੇ, ਲੈ ਹੁਣ ਤੂੰ ਹੋ ਜਾ ਤਿਆਰ ਮਿੱਤਰਾ। ਤੇ ਮਤਲਬ ਇਦੋਂ ਵੱਧ ਫਿਰ ਹੁਣ ਹੋਰ ਕੀ ਹੋ ਜਾਊਗਾ ਕਿ ਸਰਕਾਰ ਜਿਹੜੀ ਹੈ ਉਹ ਲੋਕਾਂ ਦੀ ਬਜਾਏ ਆਪਦੇ ਜਿਹੜੇ ਲੜਾਈ ਹੈ ਉਹਦੇ ਵਿੱਚ ਪੈ ਗਈ।